ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਹਾਜ਼ਰਾ ਹਜ਼ੂਰ, ਚਵਰ ਛਤਰ ਤਖਤ ਦੇ ਮਾਲਕ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਅੱਜ ਆਪਾਂ ਸਰਦਾਰ ਫੌਜਾ ਸਿੰਘ ਜੀ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਸਾਰੀ ਸੰਗਤ ਇਕੱਤਰ ਹੋਏ ਹਾਂ। ਸਭ ਤੋਂ ਪਹਿਲਾਂ ਮਹਾਰਾਜ ਦੇ ਚਰਨਾਂ ਵਿੱਚ ਲਵਾਓ ਹਾਜ਼ਰੀ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੀ ਵੀ ਸੰਗਤ ਗੁਰੂ ਦਰਬਾਰ ਦੇ ਵਿੱਚ ਪੰਡਾਲ ਵਿੱਚ ਬੈਠੀ ਹੈ, ਸਾਰੇ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਕਥਾ ਕੀਰਤਨ ਦੇ ਵੱਲ ਆਪਣੇ ਧਿਆਨ ਨੂੰ ਜੋੜੋ। ਜਿਹੜੀਆਂ ਇੱਧਰ ਮਾਈਆਂ ਦਾ ਰੌਲਾ ਪੈ ਰਿਹਾ, ਉਹਨਾਂ ਨੂੰ ਵੀ ਬੇਨਤੀ ਆ ਕਿ ਆਪਾਂ 12:45 ਵਜੇ ਸਮਾਪਤੀ ਕਰ ਦੇਣੀ ਆ, ਅਤੇ ਸਾਰੇ ਪ੍ਰੇਮ ਸਹਿਤ ਜੋ ਸਤਿਗੁਰਾਂ ਦੇ ਬਚਨ ਨੇ ਉਹਨਾਂ ਨੂੰ ਆਪਾਂ ਸਰਵਣ ਕਰਨਾ ਧਿਆਨ ਦੇ ਨਾਲ। ਸਾਰੀ ਸੰਗਤ ਇੱਕ ਵਾਰ ਫੇਰ ਗੱਜ ਕੇ ਆਖੋ, ਸਤਿਨਾਮ ਸ੍ਰੀ ਵਾਹਿਗੁਰੂ। ਫੇਰ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਜੀ ਦੇ ਪਵਿੱਤਰ ਬਚਨ ਨੇ, ਸੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਠੇ ਕੇਤੇ ਵੈਸ ਗਿਆ। ਨਾਨਕ ਹਾਲੈ ਸਭ ਦਿਵਸ ਸਾਸ, ਨਹਿ ਵਢਣ ਘਟਣ ਤਿਲ ਸਾਰ। ਜੀਵਨ ਲੋ ਰਹੇ ਆਪਣਾ, ਨਾਨਕ ਤੇਉ ਗਵਾਰ। ਗੁਰੂ ਸਾਹਿਬ ਜੀ ਇਹ ਬਚਨ ਕਰਦੇ ਨੇ ਨਹੀਂਆਂ ਅੱਖਰ ਦੁਆਰਾ। ਕਹਿੰਦੇ ਜਿੰਨੇ ਵੀ ਸਵਾਸ ਮਹਾਰਾਜ ਨੇ ਇਸ ਜੀਵ ਨੂੰ ਦੇ ਕੇ ਭੇਜਿਆ ਸੰਸਾਰ ਵਿੱਚ, ਓਨੇ ਹੀ ਇਹ ਸਵਾਸ ਆ ਜਿਹੜਾ ਲੈ ਕੇ ਜਦੋਂ ਇਹਦੇ ਸਵਾਸ ਪੂਰੇ ਹੋ ਜਾਂਦੇ ਆ, ਉਸ ਤੋਂ ਬਾਅਦ ਇਹਨੂੰ ਆਪਦਾ ਸਰੀਰ ਆ ਜਿਹੜਾ ਇਹ ਤਿਆਗਣਾ ਪੈਂਦਾ। ਨਾਨਕ ਹਾਲੈ ਸਭ ਦਿਵਸ ਸਾਸ, ਨਹਿ ਵਢਣ ਘਟਣ ਤਿਲ ਸਾਰ। ਕਹਿੰਦੇ ਇੱਕ ਵੀ ਸਵਾਸ ਆ ਜਿਹੜਾ ਸਤਿਗੁਰੂ ਜੀ ਆਪਾਂ ਨੂੰ ਇੱਕ ਅੱਖਰ ਦੇ ਦੁਆਰਾ ਉਪਦੇਸ਼ ਕਰਦੇ ਆ। ਜੇ ਆਪਾਂ ਇੱਕ ਅੱਖਰ ਵੀ ਸਮਝ ਲਈਏ ਮਹਾਰਾਜ ਦਾ, ਮਹਾਰਾਜ ਕਹਿੰਦੇ ਨੇ ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਕਹਿੰਦੇ ਤੇਰੀ ਜ਼ਿੰਦਗੀ ਦੇ ਵਿੱਚ ਖੁਸ਼ੀ ਆ ਜਾਵੇਗੀ, ਤੂੰ ਨਿਹਾਲ ਹੋ ਜਾਵੇਗਾ ਜੇ ਗੁਰੂ ਮਹਾਰਾਜ ਜੀ ਦਾ ਇੱਕ ਅੱਖਰ ਵੀ ਦਿਲ ਦੇ ਵਿੱਚ ਵਸਾ ਲਿਆ। ਆਖੋ ਸਤਿਨਾਮ ਵਾਹਿਗੁਰੂ। ਦੇਖੋ ਮਹਾਰਾਜ ਦੀ ਕੋਈ ਜ਼ਿਆਦਾ ਕਹਿੰਦੇ ਜ਼ਿਆਦਾ ਲੋੜ ਨਹੀਂ, ਇੱਕ ਅੱਖਰ ਹੀ ਸਮਝ ਲਓ। ਕਿਣਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੈ। ਜਿਹਨੇ ਵੀ ਇੱਕ ਕਿਣਕਾ ਮਹਾਰਾਜ ਦਾ ਆਪਣੇ ਅੰਦਰ ਵਸਾ ਲਿਆ, ਉਹਦੀ ਮਹਾਰਾਜ ਕਹਿੰਦੇ ਮਹਿਮਾ ਕਹੀ ਨਹੀਂ ਜਾਂਦੀ। ਇਸ ਅੱਖਰ ਦੁਆਰਾ ਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਆ। ਕਹਿੰਦੇ ਨਾਨਕ ਹਾਲੈ ਸਭ ਦਿਵਸ ਸਾਸ, ਨਹਿ ਵਢਣ ਘਟਣ ਤਿਲ ਸਾਰ। ਜਿੰਨੇ ਵੀ ਸਵਾਸ ਦਿੱਤੇ ਨੇ ਨਾ ਮਹਾਰਾਜ ਨੇ ਆਪਾਂ ਨੂੰ, ਉਹਨਾਂ ਨੂੰ ਵੇਖ ਲਓ ਵੀ ਨਾ ਤਾਂ ਕੋਈ ਘਟਾ ਸਕਦਾ ਹੈ ਅਤੇ ਨਾ ਹੀ ਉਹਨਾਂ ਨੂੰ ਕੋਈ ਵਧਾ ਸਕਦਾ ਹੈ। ਇਹ ਘਟਣੇ ਵਧਣੇ ਨਹੀਂ ਹੈ। ਜੇ ਇਹ ਸਵਾਸ ਵੱਧਦੇ ਹੋਣ, ਇਹ ਨਾ ਤਾਂ ਵੇਖੋ ਵੀ ਮਾਇਆ ਦੇ ਨਾਲ ਵੱਧਦੇ ਆ,
ਨਾ ਦਵਾਈਆਂ ਦੇ ਨਾਲ ਵੱਧਦੇ ਨੇ, ਨਾ ਜ਼ਮੀਨ ਜਾਇਦਾਦ ਵੱਟੇ ਸਵਾਸ ਮਿਲਦੇ ਆ। ਸਤਿਗੁਰੂ ਜੀ ਕਹਿੰਦੇ ਨੇ ਜਿੰਨੇ ਵੀ ਸਵਾਸ ਮਹਾਰਾਜ ਨੇ ਆਪਾਂ ਨੂੰ ਬਖਸ਼ਿਸ਼ ਕੀਤੇ ਆ, ਕਿਰਪਾ ਕੀਤੀ ਆ, ਉਹ ਸਵਾਸ ਲੈ ਕੇ ਸੰਸਾਰ ਤੋਂ ਆਪਾਂ ਨੂੰ ਜਾਣਾ ਪੈਂਦਾ। ਸੋ ਸਰਦਾਰ ਫੌਜਾ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ, ਇਹਨਾਂ ਦੇ ਜਿਹੜੇ ਸਪੁੱਤਰ ਨੇ ਭਾਈ ਸੁਖਦੇਵ ਸਿੰਘ, ਭਾਈ ਮੁਖਤਿਆਰ ਸਿੰਘ, ਭਾਈ ਬਲਵੀਰ ਸਿੰਘ, ਭਾਈ ਕਸ਼ਮੀਰ ਸਿੰਘ, ਇੱਕ ਸਵਰਗਵਾਸ ਹੋ ਗਏ ਨੇ ਸਰਦਾਰ ਜੈਮਲ ਸਿੰਘ, ਇਹਨਾਂ ਦੀ ਬੇਟੀ ਬੀਬੀ ਰਣਜੀਤ ਕੌਰ, ਸਾਰੇ ਹੀ ਪਰਿਵਾਰ ਇਹਨਾਂ ਦੇ ਅੱਗੋਂ ਬੱਚੇ ਆ ਜਿਹੜੇ ਬਹੁਤ ਹੀ ਸਤਿਕਾਰਯੋਗ, ਬੜਾ ਮਹਾਰਾਜ ਨਾਲ ਪਿਆਰ ਕਰਨ ਵਾਲੇ। ਅਤੇ ਭਾਈ ਸੁਖਦੇਵ ਸਿੰਘ ਜੀ ਦੱਸਦੇ ਸਨ ਕਿ ਕੋਈ ਸਮਾਂ ਸੀ ਜਦੋਂ ਇਹਨਾਂ 'ਤੇ ਮੁਸੀਬਤ ਆਈ, ਜਦੋਂ ਜੈਮਲ ਸਿੰਘ ਜੀ ਨੂੰ ਸ਼ਹੀਦ ਕੀਤਾ, ਉਦੋਂ ਬਾਅਦ ਕਹਿੰਦੇ ਪੁਲਿਸ ਦਾ ਜਿਹੜਾ ਤਸੱਦਦ ਇਹਨਾਂ 'ਤੇ ਹੋਇਆ ਫੌਜਾ ਸਿੰਘ 'ਤੇ, ਉਹਦੇ ਨਾਲ ਸਰੀਰ ਦੇ ਵਿੱਚ ਥੋੜ੍ਹਾ ਜਿਹਾ ਡਿਫੈਕਟ ਪੈ ਗਿਆ ਸੀ। ਇਸ ਕਰਕੇ ਹੁਣ ਬਜ਼ੁਰਗ ਉਮਰ ਦੇ ਵਿੱਚ ਇਹਨਾਂ ਨੂੰ ਬਹੁਤ ਤੁਰਨ ਫਿਰਨ ਦੇ ਵਿੱਚ ਜਾਂ ਲੱਤਾਂ 'ਚ ਪੈਰਾਂ 'ਚ ਕਾਫੀ ਮੁਸ਼ਕਿਲ ਕਹਿੰਦੇ ਆਉਂਦੀ ਸੀ, ਅਤੇ ਸਹਾਰਾ ਭਾਲਦੇ ਸਨ। ਸੋ ਸਰਦਾਰ ਫੌਜਾ ਸਿੰਘ ਜੀ ਜਿਨ੍ਹਾਂ ਦੀ ਬੱਚਿਆਂ ਨੇ ਬੜੀ ਸੇਵਾ, ਬਹੁਤ ਇਹਨਾਂ ਨੇ ਸੇਵਾ ਕੀਤੀ। ਸਾਨੂੰ ਸਤਿਗੁਰਾਂ ਦੀ ਬਾਣੀ ਦੇ ਵਿੱਚ ਇਹੀ ਉਪਦੇਸ਼ ਮਿਲਦਾ, ਕਹਿੰਦੇ ਸਭ ਤੋਂ ਪਹਿਲਾਂ ਜਿਹੜੀ ਸੇਵਾ ਹੈ ਇਹ ਹੈ ਮਾਂ ਪਿਓ ਦੀ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ। ਠੀਕ ਆ, ਹੁਣ ਠੀਕ ਆ। ਕਹਿੰਦੇ ਸਭ ਤੋਂ ਪਹਿਲਾਂ ਤੇਰਾ ਗੁਰੂ ਦੇਵ ਕੌਣ ਹੈ? ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਬਾਣੀ 'ਚ, ਕਿਉਂਕਿ ਸਤਿਗੁਰਾਂ ਦੀ ਬਾਣੀ ਵਿੱਚ ਆਪਾਂ ਨੂੰ ਸੰਸਾਰਕ ਰਸਤੇ ਕਿਸ ਤਰ੍ਹਾਂ ਨਿਭਾਉਣੇ ਨੇ, ਸੰਸਾਰ ਦੇ ਵਿੱਚ ਕਿਸ ਤਰ੍ਹਾਂ ਵਿਚਰਨਾ ਹੈ, ਸਾਡਾ ਰਾਜਨੀਤਿਕ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਸਾਡਾ ਧਾਰਮਿਕ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਇਹ ਚਾਰ ਪੜਾਵਾਂ ਦੇ ਵਿੱਚ ਬੰਦੇ ਦਾ ਜੀਵਨ ਲੰਘਦਾ। ਇੱਕ ਤਾਂ ਜਿਹੜਾ ਪਰਿਵਾਰਕ ਜੀਵਨ, ਦੂਸਰਾ ਹੈ ਸੰਸਾਰ ਦੇ ਵਿੱਚ ਆਪਾਂ ਕੁਝ ਸਮਾਂ ਦਿੰਦੇ ਹਾਂ, ਜ਼ਿਆਦਾ ਸਮਾਂ ਆਪਾਂ ਪਰਿਵਾਰ ਵਿੱਚ ਵਿਚਰਦੇ ਹਾਂ, ਫਿਰ ਰਿਸ਼ਤੇਦਾਰਾਂ ਦੇ ਵਿੱਚ, ਸੰਸਾਰ ਦੇ ਵਿੱਚ, ਨਗਰ ਖੇੜਿਆਂ 'ਚ ਵਿਚਰਦੇ ਹਾਂ। ਕੁਝ ਸਮਾਂ ਆਪਾਂ ਸਾਡਾ ਰਾਜਨੀਤਿਕ ਜੀਵਨ ਹੁੰਦਾ, ਕਿਸੇ ਨਾ ਕਿਸੇ ਪਾਰਟੀ ਦੇ ਨਾਲ ਬੰਦਾ ਰਾਜਨੀਤਿਕ ਪਾਰਟੀ ਨਾਲ ਵੀ ਜੁੜਿਆ ਹੁੰਦਾ, ਉਹਦੀਆਂ ਵੀ ਗਤੀਵਿਧੀਆਂ, ਉੱਥੇ ਵੀ ਇਹ ਕੁਝ ਸਮਾਂ ਸੇਵਾ ਕਰਦਾ ਸਮਾਜ ਦੇ ਵਿੱਚ ਵਿਚਰ ਕੇ, ਕੁਝ ਸਮਾਂ ਇਹ ਧਾਰਮਿਕ ਬਿਰਤੀ ਦੇ ਵਿੱਚ ਵਿਚਰਦਾ ਹੈ। ਇਹ ਚਾਰ ਪੜਾਵਾਂ ਦੇ ਵਿੱਚ ਹਰ ਇੱਕ ਬੰਦੇ ਦਾ ਜੀਵਨ ਗੁਜ਼ਰਦਾ। ਅਤੇ ਗੁਰੂ ਮਹਾਰਾਜ ਨੇ ਇਹ ਸਾਨੂੰ ਮਹਾਰਾਜ ਨੇ ਦੱਸਿਆ ਵੀ ਤੁਸੀਂ ਪਰਿਵਾਰਕ ਰਿਸ਼ਤੇ ਕਿਸ ਤਰ੍ਹਾਂ ਨਿਭਾਉਣੇ ਨੇ, ਸੰਸਾਰ ਦੇ ਰਿਸ਼ਤੇ ਕਿਸ ਤਰ੍ਹਾਂ ਉੱਥੇ ਨਿਭਾਉਣੇ ਨੇ, ਤੁਹਾਡਾ ਰਾਜਨੀਤਿਕ ਜੀਵਨ ਦਾ ਪੱਧਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਤੁਹਾਡਾ ਧਾਰਮਿਕ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਸੋ ਗੁਰੂ ਮਹਾਰਾਜ ਜੀ ਇੱਥੇ ਪਰਿਵਾਰਕ ਰਿਸ਼ਤੇ ਨਿਭਾਉਣ ਦੀ ਗੱਲ ਕਰਦੇ ਆ। ਕਹਿੰਦੇ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰ। ਸਭ ਤੋਂ ਪਹਿਲਾਂ ਇਹਦੇ ਵਿੱਚ ਤਿੰਨ ਚੀਜ਼ਾਂ ਦਾ ਜ਼ਿਕਰ ਆਉਂਦਾ। ਇੱਕ ਮਾਂ ਦਾ, ਦੂਸਰਾ ਪਿਤਾ ਦਾ, ਤੀਸਰਾ ਹੈ ਪਰਮੇਸ਼ਰ ਦਾ, ਗੁਰੂ ਦਾ। ਪਹਿਲਾਂ ਮਹਾਰਾਜ ਨੇ ਨਾਮ ਕਿਹਦਾ ਲਿਆ? ਕਹਿੰਦੇ ਗੁਰਦੇਵ ਮਾਤਾ। ਆਖੋ ਸਤਿਨਾਮ ਵਾਹਿਗੁਰੂ। ਕਹਿੰਦੇ ਤੇਰੀ ਜਿਹੜੀ ਗੁਰੂ ਦੇਵ ਹੈ ਸਭ ਤੋਂ ਪਹਿਲਾਂ ਮਾਤਾ ਹੈ।
ਜੇ ਤੂੰ ਮਾਂ ਦੀ ਸੇਵਾ ਨਹੀਂ ਕਰਦਾ, ਪਿਓ ਦੀ ਸੇਵਾ ਨਹੀਂ ਕਰਦਾ, ਫਿਰ ਗੁਰੂ ਦੀ ਖੁਸ਼ੀ ਨਹੀਂ ਲੈ ਸਕਦਾ। ਗੁਰੂ ਦੀ ਖੁਸ਼ੀ ਤਾਂ ਹੀ ਲੈ ਸਕਦਾ ਜੇ ਆਪਦੇ ਮਾਂ ਪਿਓ ਦੀ ਸੇਵਾ ਕਰੇਗਾ। ਕਿਸੇ ਨੇ ਬੜੇ ਸੁੰਦਰ ਬਚਨ ਲਿਖੇ ਆ, ਕਹਿੰਦੇ ਮਾਂ ਦੀਆਂ ਅਸੀਸਾਂ ਰਾਜ ਬਹਾਲਣ, ਦੇਵਨ ਮੁਲਕ ਜੰਗੀਰੀ। ਇਹਨਾਂ ਦੀ ਸੇਵਾ ਤੋਂ ਵੱਡੀ ਹੋਰ ਨਾ ਕੋਈ ਫਕੀਰੀ। ਜਿਹੜੀ ਮਾਂ ਪਿਓ ਦੀ ਸੇਵਾ, ਉਹਨਾਂ ਦਾ ਜਿਹੜਾ ਆਸ਼ੀਰਵਾਦ ਹੈ ਸਿਰ 'ਤੇ ਹੱਥ ਹੋਵੇ, ਅਤੇ ਫਿਰ ਆਪਾਂ ਨੂੰ ਜ਼ਿੰਦਗੀ ਵਿੱਚ ਸੁੱਖ ਹੀ ਸੁੱਖ ਮਿਲਦੇ ਆ ਮਾਂ ਪਿਓ ਦੀ ਸੇਵਾ ਦੇ। ਅਤੇ ਸਾਨੂੰ ਸਤਿਗੁਰਾਂ ਦੀ ਬਾਣੀ ਦੇ ਵਿੱਚ ਵੀ ਇਹੀ ਬਚਨ ਕੀਤੇ ਆ, ਕਹਿੰਦੇ ਸਭ ਤੋਂ ਪਹਿਲਾਂ ਤੇਰੀ ਮਾਂ ਹੀ ਜਿਹੜੀ ਹੈ ਉਹ ਗੁਰੂ ਦੇਵ ਹੈ, ਕਿਉਂਕਿ ਮਾਂ ਨੇ ਹੀ ਤੈਨੂੰ ਬੋਲਣਾ ਸਿਖਾਇਆ, ਮਾਂ ਨੇ ਹੀ ਚੱਲਣਾ ਸਿਖਾਇਆ। ਮਾਂ ਦੇ ਪੇਟ ਦੇ ਵਿੱਚ ਉਹਨੇ ਗਰਭ ਦੇ ਵਿੱਚ ਰੱਖ ਕੇ ਤੇਰੀ ਪ੍ਰਤਪਾਲਣਾ ਕੀਤੀ ਹੈ। ਆਪ ਵਿਚਾਰੀ ਗਿੱਲੇ ਪੈ ਕੇ ਤੈਨੂੰ ਸੁੱਕੇ ਪਾਇਆ ਹੈ। ਮਾਂ ਦੀ ਸੇਵਾ ਤੋਂ ਵੱਡੀ ਹੋਰ ਕੋਈ ਸੇਵਾ ਨਹੀਂ। ਸਤਿਗੁਰਾਂ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਆ। ਜਿਹੜੇ ਬੱਚੇ ਮਾਂ ਪਿਓ ਦੀ ਸੇਵਾ ਨਹੀਂ ਕਰਦੇ, ਆਪਣੇ ਆਪ ਨੂੰ ਉਹ ਧਰਮੀ ਅਖਵਾਉਣ ਦਾ ਅਖੌਤੀ ਢਗਵੰਜ ਰਚਿਆ ਉਹਨਾਂ ਨੇ, ਉਹ ਗੁਰੂ ਮਹਾਰਾਜ ਦੇ ਚਰਨਾਂ 'ਚ ਪ੍ਰਵਾਨ ਨਹੀਂ ਹੋ ਸਕਦੇ। ਇੱਕ ਭਾਈ ਗੁਰਦਾਸ ਜੀ ਦੀ ਵਾਰ ਆਉਂਦੀ ਆ, ਉਹ ਕਹਿੰਦੇ ਮਾਂ ਪਿਓ ਪਰ ਹਰ ਸੁਣੇ ਵੇਦ, ਭੇਦ ਨਾ ਜਾਣੇ ਕਥਾ ਕਹਾਣੀ। ਕਹਿੰਦੇ ਕੋਈ ਬੱਚਾ ਆਪਣੇ ਭਲੇ ਵਾਸਤੇ, ਆਪਣੇ ਜੀਵਨ ਦੇ ਭਲੇ ਵਾਸਤੇ ਵੇਦਾਂ ਅਤੇ ਸ਼ਾਸਤਰਾਂ ਦੀ ਕਥਾ ਸਰਵਣ ਕਰਦਾ, ਮੰਦਰ ਵਿੱਚ ਜਾ ਕੇ, ਸਤ ਸੰਗਤ ਵਿੱਚ ਜਾ ਕੇ, ਗੁਰੂ ਘਰ ਵਿੱਚ ਜਾ ਕੇ, ਕਹਿੰਦੇ ਬਹੁਤ ਚੰਗੀ ਗੱਲ ਆ ਗੁਰੂ ਦੀ ਕਥਾ ਸਰਵਣ ਕਰਨੀ, ਵੇਦਾਂ ਸ਼ਾਸਤਰਾਂ ਦੀ ਕਥਾ ਸੁਣਨੀ ਮਾੜੀ ਗੱਲ ਨਹੀਂ। ਪਰ ਮਹਾਰਾਜ ਨੇ ਨਾਲ ਆਪਾਂ ਨੂੰ ਸਾਵਧਾਨ ਅਤੇ ਸੁਚੇਤ ਵੀ ਕੀਤਾ। ਕਹਿੰਦੇ ਇੱਕ ਪਾਸੇ ਬਿਰਧ ਮਾਂ ਪਿਓ ਘਰੇ ਮੰਜੇ 'ਤੇ ਪਿਆ ਆਵਾਜ਼ਾਂ ਮਾਰ ਰਿਹਾ ਵੀ ਪੁੱਤ ਮੇਰੀ ਗੱਲ ਸੁਣ ਲਾ, ਮੈਨੂੰ ਆਹ ਤਕਲੀਫ ਆ, ਮੇਰੀ ਗੱਲ ਸੁਣ ਲਾ। ਉਹਦੀ ਗੱਲ ਸੁਣਨ ਵਾਸਤੇ ਇਹਦੇ ਕੋਲ ਟਾਈਮ ਹੈ ਨਹੀਂ। ਉਹਨਾਂ ਨੂੰ ਕਹਿੰਦਾ ਐਵੇਂ ਭਕਾਈ ਮਾਰਦੇ ਰਹਿੰਦੇ ਆ, ਵਿਹਲੇ ਬੈਠੇ, ਇਹਨਾਂ ਦੀ ਕੀ ਗੱਲ ਸੁਣਨੀ। ਉਹਨਾਂ ਨੂੰ ਮਾੜੇ ਬਚਨ ਬੋਲਦਾ ਅਤੇ ਵੇਦਾਂ ਸ਼ਾਸਤਰਾਂ ਦੀ ਕਥਾ ਸੁਣ ਜਾਂਦਾ, ਉੱਥੇ ਧਿਆਨ ਲਾ ਕੇ ਕਥਾ ਸੁਣਦਾ, ਕੀਰਤਨ ਸੁਣਦਾ। ਭਾਈ ਗੁਰਦਾਸ ਜੀ ਕਹਿੰਦੇ ਜੇ ਮਾਂ ਪਿਓ ਦੀ ਗੱਲ ਨਾ ਸੁਣੀ, ਮਾਂ ਪਿਓ ਦਾ ਅਪਮਾਨ ਕਰਦਾ, ਹਾਂਜੀ ਵਾਹਿਗੁਰੂ। ਭਾਈ ਗੁਰਦਾਸ ਜੀ ਕਹਿੰਦੇ ਆ, ਕਹਿੰਦੇ ਮਾਂ ਪਿਓ ਦੀ ਤਾਂ ਗੱਲ ਨਹੀਂ ਸੁਣਦਾ, ਉਹ ਬਿਰਧ ਮੰਜੇ 'ਤੇ ਪਏ ਆਵਾਜ਼ਾਂ ਮਾਰ ਰਹੇ ਆ, ਅਤੇ ਮੰਦਰ 'ਚ ਜਾ ਕੇ ਕਹਿੰਦੇ ਚੌਂਕੜਾ ਲਾ ਲਿਆ, ਜਾਂ ਗੁਰੂ ਘਰ ਜਾ ਕੇ ਚੌਂਕੜਾ ਲਾ ਕੇ ਸਤਿਗੁਰਾਂ ਦੀ ਬਾਣੀ ਦੀ ਕਥਾ ਸੁਣਦਾ, ਸੂਰਜ ਪ੍ਰਕਾਸ਼ ਦੀ ਕਥਾ ਸੁਣਦਾ, ਵੇਦਾਂ ਸ਼ਾਸਤਰਾਂ ਦੀ ਮੰਦਰਾਂ ਵਿੱਚ ਜਾ ਕੇ ਕਥਾ ਸੁਣਦਾ। ਇੱਧਰ ਮਾਂ ਪਿਓ ਦੀ ਜਿਹੜੀ ਗੱਲ ਨਹੀਂ ਸੁਣਦਾ ਉਹ। ਅਤੇ ਹੁੰਦਾ ਕੀ ਆ, ਕਹਿੰਦੇ ਉਹਨੂੰ ਕਥਾ ਸੁਣਨ ਦਾ ਭੋਰਾ ਲਾਭ ਨਹੀਂ ਮਿਲਣਾ। ਆਖੋ ਸਤਿਨਾਮ ਵਾਹਿਗੁਰੂ। ਜੇ ਉਹ ਮਾਂ ਪਿਓ ਦੀ ਗੱਲ ਨਹੀਂ ਨਾ ਸੁਣਦਾ, ਹੁਣ ਵੇਖੋ ਵੀ ਕਥਾ ਸੁਣਨੀ ਕੋਈ ਮਾੜੀ ਗੱਲ ਥੋੜ੍ਹੀ ਆ, ਬਹੁਤ ਚੰਗੀ ਗੱਲ ਆ। ਪਰ ਉਹਦੇ ਨਾਲ ਮਹਾਰਾਜ ਨੇ ਸਾਨੂੰ ਸੁਚੇਤ ਕੀਤਾ। ਕਹਿੰਦੇ ਮਾਂ ਪਿਓ ਪਰ ਹਰ ਸੁਣੈ ਵੇਦ, ਭੇਦ ਨਾ ਜਾਣੇ ਕਥਾ ਕਹਾਣੀ। ਕਹਿੰਦੇ ਉਹਨੇ ਪਰਮਾਤਮਾ ਦੇ ਭੇਦ ਨੂੰ ਜਾਣ ਨਹੀਂ ਸਕਦਾ, ਅਸਲੀ ਗੱਲ ਨੂੰ ਜਾਣ ਨਹੀਂ ਸਕਦਾ,
ਜਿੰਨਾ ਚਿਰ ਉਹ ਮਾਂ ਪਿਓ ਦੀ ਗੱਲ ਨਹੀਂ ਸੁਣਦਾ। ਦੂਸਰੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਬਚਨ ਕਰਦੇ ਆ, ਕਹਿੰਦੇ ਮਾਂ ਪਿਓ ਪਰ ਹਰ, ਕਹਿੰਦੇ ਮਾਂ ਪਿਓ ਪਰ ਹਰ ਤਪ ਕਰੇ ਵਨ ਖੰਡ, ਭੁੱਲਾ ਫਿਰੇ ਪ੍ਰਾਣੀ। ਮਾਂ ਪਿਓ ਘਰੇ ਬਿਰਧ ਮੰਜੇ 'ਤੇ ਪਏ ਆ, ਉਹਨਾਂ ਨੂੰ ਲੋੜ ਹੈ ਵੀ ਉਹ ਸੋਚਦੇ ਰਹਿੰਦੇ ਸਨ ਵੀ ਅਸੀਂ ਪੁੱਤਾਂ ਨੂੰ ਜਵਾਨ ਕੀਤਾ, ਪੁੱਤ ਸਾਡੇ ਗੱਭਰੂ ਹੋਣਗੇ, ਸਾਡੀ ਉਦੋਂ ਬਿਰਧ ਅਵਸਥਾ ਹੋ ਜੂ, ਇਹ ਜਿਹੜੇ ਬੱਚੇ ਆ ਸਾਡੀਆਂ ਬਾਹਾਂ ਬੰਨ੍ਹਗੇ, ਸਾਡੀ ਸੇਵਾ ਕਰਨਗੇ। ਅਤੇ ਆ ਭਾਈ ਨਰਾਤਾ ਸਿੰਘ ਕਿੱਥੇ ਬੈਠਾ, ਕਿੱਧਰ? ਉਹਨੂੰ ਬੇਨਤੀ ਆ, ਇੱਧਰ ਮਾਈਆਂ ਰੌਲਾ ਬਹੁਤ ਪਾਉਂਦੀਆਂ, 10 ਮਿੰਟ ਇਹਨਾਂ ਨੂੰ ਚੁੱਪ ਕਰਾਓ। ਭਾਈ ਨਰਾਤਾ ਸਿੰਘ ਜਾਂ ਸੁਖਦੇਵ ਸਿੰਘ ਨੂੰ ਕਹੋ ਮਾੜਾ, ਇਹਨਾਂ ਪਤਾ ਨਹੀਂ ਸੁਣਦੀਆਂ ਨਹੀਂ ਗੱਲ। ਧਿਆਨ ਦੇ ਨਾਲ ਬਹਿ ਕੇ ਤੁਸੀਂ ਬਚਨ ਸੁਣੋ ਮਹਾਰਾਜ ਦੇ, ਆਪਾਂ ਸਮਾਪਤੀ ਕਰ ਦੇਣੀ ਆ। ਇਹ ਆਪਦੇ ਆਲੂ ਗੰਢੇ ਵੇਚੀ ਜਾਂਦੀਆਂ ਬੈਠੀਆਂ ਇੱਧਰ। ਇੱਧਰ ਮਾੜਾ ਜਿਹਾ ਕੋਈ ਸੇਵਾਦਾਰ ਦੀ ਡਿਊਟੀ ਲਾਓ। ਭਾਈ ਗੁਰਦਾਸ ਜੀ ਕਹਿੰਦੇ ਆ, ਕਹਿੰਦੇ ਮਾਂ ਪਿਓ ਪਰ ਹਰ ਕਰੇ ਤਪ ਵਨ ਖੰਡ, ਭੁੱਲਾ ਫਿਰੇ ਪ੍ਰਾਣੀ। ਵਨ ਖੰਡ ਕਹਿੰਦੇ ਆ ਜੰਗਲਾਂ ਨੂੰ। ਘਰੇ ਮਾਂ ਪਿਓ ਬਿਰਧ ਮੰਜੇ 'ਤੇ ਪਿਆ। ਦੇਖੋ ਮਹਾਰਾਜ ਨੇ ਕਿੰਨੇ ਸੋਹਣੇ ਉਪਦੇਸ਼ ਦਿੱਤੇ ਆਪਾਂ ਨੂੰ। ਅਜੋਕੇ ਸਮੇਂ ਦੇ ਵਿੱਚ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ, ਜਿਹੜੀ ਸਿਚੁਏਸ਼ਨ ਚੱਲ ਰਹੀ ਆ ਸਾਡੇ ਘਰਾਂ 'ਚ, ਅੱਜ ਦੇ ਸਮੇਂ 'ਚ ਹਰ ਇੱਕ ਨੌਜਵਾਨ ਬੱਚੇ ਨੂੰ ਇਹ ਵਾਰ ਪੜ੍ਹਨੀ ਚਾਹੀਦੀ ਆ, ਵਾਰ ਦੀ ਕਥਾ ਸੁਣਨੀ ਚਾਹੀਦੀ ਆ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਮਾਂ ਪਿਓ ਕੀ ਚੀਜ਼ ਆ। ਕਹਿੰਦੇ ਮਾਂ ਪਿਓ ਜਿਹੜੇ ਬਿਰਧ ਮੰਜੇ 'ਤੇ ਪਏ ਆ, ਉਹਨਾਂ ਨੇ ਪੁੱਤ ਨੂੰ ਬਚਪਨ ਤੋਂ ਲੈ ਕੇ ਬੜੇ ਲਾਡਾਂ ਨਾਲ, ਬੜੇ ਚਾਵਾਂ ਨਾਲ ਦੁੱਖ ਤਕਲੀਫ ਸਹਿ ਕੇ ਆਪਣੇ ਉੱਪਰ ਸਰੀਰ 'ਤੇ ਕਸ਼ਟ ਸਹਾਰ ਕੇ ਉਹਨਾਂ ਨੂੰ ਇੱਕ ਆਸ ਤੇ ਉਮੀਦ ਨਾਲ ਪਾਲਿਆ। ਉਹਨਾਂ ਦੇ ਅੰਦਰ ਆਸ ਕੀ ਸੀ, ਉਮੀਦ ਕੀ ਸੀਗੀ ਵੀ ਜਦੋਂ ਇਹ ਵੱਡੇ ਹੋ ਜਾਣਗੇ ਇਹ ਸਾਡਾ ਸਹਾਰਾ ਬਣਨਗੇ, ਸਾਡੀਆਂ ਬਾਹਾਂ ਬੰਨ੍ਹਣਗੇ, ਸਾਡੇ ਦੁੱਖ ਸੁੱਖ ਦੇ ਵਿੱਚ ਸਹਾਇਤਾ ਕਰਨਗੇ। ਜਦੋਂ ਕੋਈ ਤਕਲੀਫ ਹੋਵੇਗੀ ਇਹ ਸਾਡੀ ਤਕਲੀਫ ਨੂੰ ਆਪਦੀ ਤਕਲੀਫ ਸਮਝਣਗੇ। ਇਉਂ ਆਸ ਕਰਕੇ ਪਾਲਿਆ ਉਹਨਾਂ ਨੇ ਬੱਚਿਆਂ ਨੂੰ ਆਪਦਿਆਂ ਨੂੰ। ਇਹਨੇ ਕੀ ਕੀਤਾ ਵੀ ਜਦੋਂ ਜਵਾਨ ਹੋ ਗਿਆ, ਕਹਿੰਦੇ ਇਹ ਜੰਗਲਾਂ ਦੇ ਵਿੱਚ ਤਪ ਕਰਨ ਜਾ ਵੜਿਆ ਪਰਮਾਤਮਾ ਦੀ ਭਾਲ ਵਾਸਤੇ, ਪਰਮਾਤਮਾ ਦੀ ਭਾਲ ਵਾਸਤੇ। ਅਤੇ ਭਾਈ ਗੁਰਦਾਸ ਜੀ ਕਹਿੰਦੇ ਆ, ਜਿਵੇਂ ਇੱਕ ਜੰਗਲ ਦੇ ਵਿੱਚ ਜੀਵ ਗਵਾਚਿਆ ਹੁੰਦਾ, ਉਹਨੂੰ ਕੋਈ ਰਸਤਾ ਨਹੀਂ ਲੱਭਦਾ, ਨਾ ਕੋਈ ਰਸਤਾ ਉੱਥੇ ਦੱਸਣ ਵਾਲਾ ਹੁੰਦਾ। ਇੱਥੇ ਆਪਾਂ ਨੂੰ ਕੋਈ ਰਸਤਾ ਭੁੱਲ ਜੇ, ਅੱਜ ਕੱਲ੍ਹ ਤਾਂ ਚਲੋ ਯੁੱਗ ਬਦਲ ਗਿਆ, ਨੈਵੀਗੇਸ਼ਨ ਲਾ ਲੈਂਦੇ, ਆਪਾਂ ਨੂੰ ਪਤਾ ਲੱਗ ਜਾਂਦਾ, ਮੋਬਾਇਲ ਹੀ ਲੈ ਜਾਂਦਾ ਜਿੱਥੇ ਜਾਣਾ ਹੋਵੇ। ਜੇ ਨਾ ਵੀ ਚਲਾਉਣਾ ਆਉਂਦਾ ਹੋਵੇ, ਇੱਥੇ 20 ਬੰਦੇ ਦੱਸਣ ਵਾਲੇ ਹੁੰਦੇ ਨੇ ਵੀ ਸੜਕ ਕਿੱਧਰ ਨੂੰ ਜਾਂਦੀ ਆ, ਪਿੰਡ ਕਿੱਧਰ ਨੂੰ ਆ। ਪਰ ਜੰਗਲ ਦੇ ਵਿੱਚ ਇਦੋਂ ਉਲਟ ਹੁੰਦਾ, ਉੱਥੇ ਕੋਈ ਦੱਸਣ ਵਾਲਾ ਨਹੀਂ ਹੁੰਦਾ। ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਇੱਕ ਜੀਵ ਜੰਗਲ ਦੇ ਵਿੱਚ ਭਟਕਿਆ ਹੋਇਆ ਭੁੱਲਿਆ ਫਿਰਦਾ, ਉਹਨੂੰ ਕੋਈ ਰਸਤਾ ਦੱਸਣ ਵਾਲਾ ਨਹੀਂ, ਉਹਨੂੰ ਕੋਈ ਰਸਤੇ ਦੀ ਭਾਲ ਵਿੱਚ ਫਿਰਦਾ ਪਰ ਰਸਤਾ ਨਹੀਂ ਲੱਭਦਾ। ਇਸੇ ਤਰ੍ਹਾਂ ਹੀ ਜਿਹੜਾ ਕਹਿੰਦੇ ਆਪਦੇ ਮਾਂ ਪਿਓ ਨੂੰ ਛੱਡ ਕੇ ਘਰੇ, ਬਿਰਧ ਮਾਂ ਪਿਓ ਨੂੰ, ਅਤੇ ਜੰਗਲਾਂ 'ਚ ਤਪ ਕਰਨ ਜਾ ਵੜਿਆ ਰੱਬ ਦੀ ਪ੍ਰਾਪਤੀ ਵਾਸਤੇ, ਰੱਬ ਦਾ ਰਸਤਾ ਲੱਭਣ ਵਾਸਤੇ। ਕਹਿੰਦੇ ਉਹ ਤਾਂ ਇਸ ਤਰ੍ਹਾਂ ਹੈ ਜਿਵੇਂ ਜੰਗਲ ਦੇ ਵਿੱਚ ਇੱਕ ਗਵਾਚਿਆ ਬੰਦਾ ਹੁੰਦਾ, ਉਹਨੂੰ ਕੋਈ ਰਸਤਾ ਦੱਸਣ ਵਾਲਾ ਨਹੀਂ, ਅਤੇ ਉਹ ਬੰਦੇ ਨੂੰ ਵੀ ਕੋਈ ਪਰਮਾਤਮਾ ਦਾ ਰਸਤਾ ਨਹੀਂ ਲੱਭਣਾ, ਚਾਹੇ ਜਿੰਨਾ ਮਰਜ਼ੀ ਪੁੱਠਾ ਲਮਕ ਲਮਕ ਭੁੱਖਾ ਰਹਿ ਕੇ ਤਪ ਕਰੀ ਜਾਵੇ, ਕਿਉਂਕਿ ਉਹਨੇ ਜਿਹੜੇ ਉਹਦੇ ਅਸਲੀ ਗੁਰੂ ਦੇਵ ਸੀ, ਅਸਲੀ ਰੱਬ ਸੀ, ਉਹ ਤਾਂ ਉਹਨੇ ਘਰੇ ਛੱਡ ਆਂਦੇ। ਆਖੋ ਸਤਿਨਾਮ ਵਾਹਿਗੁਰੂ।
ਅਗਲੀਆਂ ਪੰਕਤੀਆਂ ਵਿੱਚ ਮਹਾਰਾਜ ਬੜੇ ਸੁੰਦਰ ਬਚਨ ਕਰਦੇ ਆ। ਕਹਿੰਦੇ ਮਾਂ ਪਿਓ ਪਰ ਹਰ ਕਰੇ ਸੇਵ ਕਰੇ ਦੇਵੀ ਪੂਜਾ ਪੂਜਾ ਨਾ ਸੇਵ ਕਮਾਣੀ। ਕਹਿੰਦੇ ਮਾਂ ਪਿਓ ਨੂੰ ਛੱਡ ਕੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ। ਦੇਖੋ ਵੀ ਜਿਹੜੇ ਲੱਗੇ ਨੇ ਕਰਦੇ ਆ, ਕੋਈ ਮਾੜੀ ਗੱਲ ਤਾਂ ਹੈ ਨਹੀਂ। ਉੱਥੇ ਜਾ ਕੇ ਕਹਿੰਦੇ ਉਹਨਾਂ ਨੂੰ ਦੁੱਧ ਚੜਾਉਂਦਾ, ਜਾ ਕੇ ਮੂਰਤੀਆਂ 'ਤੇ ਉਹਨਾਂ ਦੀ ਸਫਾਈ ਕਰਦਾ, ਕਿਤੇ ਉਹਨਾਂ ਦੇ ਮਾਲਾ ਪਹਿਨਾਉਂਦਾ, ਉੱਥੇ ਜਾ ਕੇ ਮੱਥਾ ਟੇਕਦਾ। ਕਹਿੰਦੇ ਮਾਂ ਪਿਓ ਪਰ ਹਰ ਕਰੇ ਪੂਜਾ ਦੇਵੀ ਦੇਵ ਨਾ ਸੇਵ ਕਮਾਣੀ। ਉਹਨਾਂ ਦੀ ਸੇਵਾ ਕਰਦਾ ਵੀ ਕੋਈ ਵਰ ਮਿਲ ਜੂ, ਕੋਈ ਖੁਸ਼ੀ ਮਿਲ ਜੂਗੀ। ਪਰ ਭਾਈ ਗੁਰਦਾਸ ਜੀ ਕਹਿੰਦੇ ਜੇ ਤੂੰ ਮਾਂ ਪਿਓ ਦਾ ਘਰੇ ਮੰਜੇ 'ਤੇ ਬੈਠਾ ਆਵਾਜ਼ਾਂ ਮਾਰਦਾ, ਬਿਰਧ ਬਜ਼ੁਰਗ ਵੀ ਬੇਟਾ ਪਾਣੀ ਦਾ ਗਲਾਸ ਹੀ ਫੜਾ ਦੇ, ਮੈਨੂੰ ਪਿਆਸ ਲੱਗੀ ਆ, ਪਾਣੀ ਦਾ ਗਲਾਸ ਫੜਾ ਦੇ। ਉਹਨੂੰ ਪਾਣੀ ਦਾ ਗਲਾਸ ਨਹੀਂ ਦਿੰਦਾ ਤੇ ਉੱਥੇ ਜਾ ਕੇ ਦੁੱਧ ਚੜਾਉਂਦਾ। ਜਿਵੇਂ ਆਪਣੇ ਵੇਖਿਆ ਨਾ ਰਸਤੇ ਵਿੱਚ ਛਬੀਲਾਂ ਲੱਗੀਆਂ ਹੁੰਦੀਆਂ ਨੇ ਤੇ ਉਹ ਮੂਹਰੇ ਆਵਾਜ਼ਾਂ ਮਾਰਦੇ ਵੀ ਭਾਈ ਜਲ ਛਕ ਕੇ ਜਾਇਓ, ਪ੍ਰਸ਼ਾਦਾ ਛਕ ਕੇ ਜਾਇਓ, ਚਾਹ ਛਕ ਕੇ ਜਾਇਓ ਵਾਹਿਗੁਰੂ। ਉਹੀ ਬੰਦਾ ਘਰੇ ਆਪਦੇ ਮਾਂ ਪਿਓ ਨੂੰ ਪਾਣੀ ਦਾ ਗਲਾਸ ਨਹੀਂ ਫੜਾਉਂਦਾ ਤੇ ਰਸਤੇ ਦੇ ਵਿੱਚ ਕਾਰਾਂ ਵਾਲਿਆਂ ਦੇ ਮੂਹਰੇ ਲੰਬਾ ਪੈਣ ਤੱਕ ਜਾਂਦਾ ਵੀ ਕੋਈ ਜਲ ਪਾਣੀ ਲੰਗਰ ਛਕ ਕੇ ਜਾਵੇ। ਹੁਣ ਦੇਖੋ ਵੀ ਛਬੀਲ ਲਾਉਣੀ ਮਾੜੀ ਗੱਲ ਨਹੀਂ, ਲੰਗਰ ਲਾਉਣੇ ਮਾੜੀ ਗੱਲ ਨਹੀਂ, ਚੰਗੀ ਗੱਲ ਆ, ਲਾਉਣੇ ਚਾਹੀਦੇ ਆ। ਪਰ ਮਹਾਰਾਜ ਕਹਿੰਦੇ ਤੇਰੇ ਲੰਗਰ ਲਾਏ, ਤੇਰੀਆਂ ਛਬੀਲਾਂ ਲਾਈਆਂ ਤਾਂ ਹੀ ਪ੍ਰਵਾਨ ਹੋ ਸਕਦੀਆਂ ਨੇ ਜੇ ਤੂੰ ਆਪਦੇ ਮਾਂ ਪਿਓ ਦੀ ਸੇਵਾ ਕਰੇਂਗਾ। ਆਖੋ ਸਤਿਨਾਮ ਵਾਹਿਗੁਰੂ। ਕਹਿੰਦੇ ਜੇ ਮਾਂ ਪਿਓ ਨੂੰ ਛੱਡ ਕੇ ਕਰੇ ਪੂਜਾ ਦੇਵੀ ਦੇਵ ਨਾ ਸੇਵ ਕਮਾਣੀ, ਕਹਿੰਦੇ ਤੇਰੀ ਸੇਵਾ ਥਾਂ ਨਹੀਂ ਪੈਣੀ। ਮਾਂ ਪਿਓ ਨੂੰ ਜਲ ਨਹੀਂ ਪਿਆਉਂਦਾ, ਉੱਥੇ ਦੁੱਧ ਚੱਕੀ ਫਿਰਦਾ, ਵਾਹਿਗੁਰੂ ਜੀ ਜਲ ਛਕ ਕੇ ਜਾਇਓ, ਵਾਹਿਗੁਰੂ ਜੀ ਪ੍ਰਸ਼ਾਦਾ ਛਕ ਕੇ ਜਾਇਓ। ਉਹ ਕਹਿੰਦੇ ਸਾਡੇ ਤਾਂ ਕਾਰਾਂ ਵਿੱਚ ਪਹਿਲਾਂ ਹੀ ਠੰਡੇ ਪਏ ਆ, ਸਾਰਾ ਸਮਾਨ ਕਾਰ ਦੇ ਵਿੱਚ ਰੱਖਿਆ, ਏਸੀ ਲੱਗਿਆ, ਸਾਨੂੰ ਕਿੱਥੇ ਪਿਆਸ ਲੱਗਦੀ ਹੈ ਭਲਿਆ। ਧੱਕੇ ਨਾਲ ਛਕਾਉਣ ਨੂੰ ਫਿਰਦਾ ਤੇ ਉਹ ਛਕਦੇ ਨਹੀਂ, ਜੇ ਮਾੜਾ ਮੋਟਾ ਛਕ ਵੀ ਲੈਣ ਅੱਧਾ ਕੁ ਡੋਲ ਦਿੰਦੇ ਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਤੇਰੀ ਸੇਵਾ ਪ੍ਰਵਾਨ ਨਹੀਂ ਹੋਣੀ, ਚਾਹੇ ਜਿੰਨਾ ਮਰਜ਼ੀ ਲੰਮਾ ਪੈ ਪੈ ਕੇ ਸੇਵਾ ਕਰੀ ਜਾ, ਜਿੰਨਾ ਚਿਰ ਤੂੰ ਆਪਦੇ ਮਾਂ ਪਿਓ ਦੀ ਸੇਵਾ ਨਹੀਂ ਕਰਦਾ। ਦੇਖੋ ਇਹ ਕੋਈ ਮੈਂ ਆਪਦੇ ਕੋਲੋਂ ਨਹੀਂ ਕਹਿ ਰਿਹਾ, ਜਿੰਨੇ ਬਚਨ ਕਹਿ ਰਿਹਾ ਇਹ ਸਾਰੇ ਬਾਣੀ ਦੇ ਵਿੱਚ ਲਿਖੇ ਹੋਏ ਆ, ਮੈਂ ਉਹਦੇ ਅਰਥ ਕਰਕੇ ਸੁਣਾ ਰਿਹਾ ਤੁਹਾਨੂੰ। ਅੱਗੇ ਬਚਨ ਆਉਂਦੇ ਨੇ, ਕਹਿੰਦੇ ਮਾਂ ਪਿਓ ਪਰ ਹਰ ਕਰੇ ਪੁੰਨ ਦਾਨ ਬੇਈਮਾਨ ਅਗਿਆਨ ਪ੍ਰਾਣੀ। ਇਹ ਵੇਖੋ ਕਿੰਨਾ ਮਹਾਰਾਜ ਨੇ ਸਿਰਾ ਲਾਤਾ ਇਹਦੇ ਵਿੱਚ। ਕਹਿੰਦੇ ਮਾਂ ਪਿਓ ਨੂੰ ਛੱਡ ਕੇ ਇਹ ਪੁੰਨ ਦਾਨ ਕਰਦਾ। ਹੁਣ ਵੇਖੋ ਵੀ ਦਾਨ ਕਰਨਾ ਕੋਈ ਮਾੜੀ ਗੱਲ ਥੋੜ੍ਹੀ ਆ, ਦਾਨ ਕਰਨਾ ਚਾਹੀਦਾ ਜਿੰਨਾ ਵੱਧ ਤੋਂ ਵੱਧ ਹੋ ਸਕੇ। ਸਾਨੂੰ ਮਹਾਰਾਜ ਨੇ ਦਸਾਂ ਨੋਹਾਂ ਦੀ ਕਿਰਤ ਵਿੱਚੋਂ ਦਸਵੰਧ ਕੱਢਣ ਦਾ ਉਪਦੇਸ਼ ਦਿੱਤਾ, ਪਰ ਉੱਥੇ ਨਾਲ ਨਾਲ ਉਹਨਾਂ ਨੇ ਸੁਚੇਤ ਕੀਤਾ। ਕਹਿੰਦੇ ਜੇ ਦਾਨ ਤੇਰਾ ਕੀਤਾ ਭਾਈ ਤਾਂ ਹੀ ਪ੍ਰਵਾਨ ਆ, ਜੇ ਤੂੰ ਇਹਨਾਂ ਗੱਲਾਂ ਦੀ ਸਾਵਧਾਨੀ ਰੱਖੇਂਗਾ, ਇੱਧਰ ਵੀ ਧਿਆਨ ਰੱਖੇਂਗਾ। ਉਹ ਕਿਹੜਾ ਧਿਆਨ ਆ? ਕਹਿੰਦੇ ਇੱਧਰ ਮਾਂ ਤੇ ਪਿਓ ਬਿਰਧ ਮੰਜੇ 'ਤੇ ਬੈਠੇ ਆ, ਉਹ ਕਹਿੰਦੇ ਨੇ ਪੁੱਤ ਵੀ 50 ਰੁਪਈਏ ਦੇ ਦੇ ਸਾਨੂੰ, ਸਾਡਾ ਸਿਰ ਦੁਖਦਾ ਜਾਂ ਇਉਂ ਲੱਗਦਾ ਵੀ ਸਰੀਰ 'ਚ ਦਰਦਾਂ ਨੇ, ਬਿਰਧ ਅਵਸਥਾ, ਜਾਂ ਸਰੀਰ ਬਿਮਾਰ ਆ, ਮੈਂ ਕੋਈ ਜਾ ਕੇ ਡਾਕਟਰ ਤੋਂ ਦਵਾਈ ਲੈ ਆਵਾਂ। ਉਹਨਾਂ ਨੂੰ ਤਾਂ ਗਾਲਾਂ ਕੱਢਦਾ, ਮਾੜੇ ਬਚਨ ਬੋਲਦਾ,
ਜੇ 50 ਰੁਪਈਏ ਮੰਗ ਲੈਣ ਤਾਂ 10-10 ਦਿਨ ਦਿੰਦਾ ਨਹੀਂ, ਮਸਾਂ ਦਿੰਦਾ ਗਾਲਾਂ ਗੂਲਾਂ ਕੱਢ ਕੇ। ਜੇ ਦੇਵੇ ਵੀ ਤਾਂ ਵੀ ਗਾਲਾਂ ਕੱਢ ਕੇ ਦਿੰਦਾ। ਇੱਧਰ ਕੀ ਹੋਇਆ ਵੀ ਪਿੰਡ ਦੀ ਪੰਚਾਇਤ ਆ ਗਈ ਜਾਂ ਟੂਰਨਾਮੈਂਟ ਕਰਾਉਣਾ, ਮੁੰਡੇ ਇਕੱਠੇ ਹੋ ਕੇ ਆ ਗਏ। ਇੱਕ ਦੇ ਹੱਥ ਵਿੱਚ ਕਾਪੀ ਫੜੀ ਆ, 4 ਕੁ ਜਾਣੇ ਉਹਦੇ ਮਗਰ ਲੱਗ ਕੇ ਆ ਗਏ। ਆ ਕੇ ਆਵਾਜ਼ ਮਾਰੀ ਵੀ ਸਰਦਾਰ ਜੀ ਘਰੇ ਹੋ? ਕਹਿੰਦਾ ਘਰੇ ਹੀ ਆ ਜਾਓ। ਬਿਠਾ ਲਏ ਉਹਨੇ ਡਰਾਇੰਗ ਰੂਮ 'ਚ ਕੁਰਸੀਆਂ 'ਤੇ। ਅਤੇ ਆ ਕੇ ਪ੍ਰਧਾਨ ਨੇ ਕਿਹਾ ਜਿਹੜਾ ਮਾਂ ਪਿਓ ਨੂੰ ਗਾਲਾਂ ਕੱਢਦਾ 50 ਰੁਪਈਏ ਦੇਣ 'ਤੇ, ਉਹਦੇ ਘਰ ਆ ਗਏ। ਪ੍ਰਧਾਨ ਨੇ ਆ ਕੇ ਆਖਿਆ ਵੀ ਸਰਦਾਰ ਜੀ ਤੁਹਾਡੀ ਬੜੀ ਚੜ੍ਹਦੀ ਕਲਾ, 50-60 ਕਿੱਲੇ ਜ਼ਮੀਨ ਦੇ ਆ, ਤੁਹਾਡਾ ਨਾਂ ਚੱਲਦਾ। ਅਸੀਂ ਨਾ ਪਿੰਡ ਦੇ ਵਿੱਚ ਟੂਰਨਾਮੈਂਟ ਕਰਾਉਣਾ ਕਬੱਡੀ ਦਾ। ਉਹ ਕਹਿੰਦਾ ਬਹੁਤ ਵਧੀਆ, ਦੱਸੋ ਮੇਰੇ ਕੋਲੇ ਕਿਵੇਂ ਆਏ ਆ? ਕਹਿੰਦੇ ਤੁਹਾਡਾ ਨਾ ਫਲੈਕਸ ਬੋਰਡ 'ਤੇ ਵੱਡਾ ਸਾਰਾ ਕਰਕੇ ਫੋਟੋ ਲਾਉਣਾ, ਥੱਲੇ ਨਾਮ ਲਿਖਣਾ ਤੁਹਾਡਾ ਵੀ ਤੁਸੀਂ ਸੇਵਾ ਕਰੋ। ਹੁਣ ਆਪਦੀ ਫੋਟੋ ਲਵਾਉਣ ਵਾਸਤੇ ਉੱਥੇ 51,000 ਰੁਪਈਏ ਦੀ ਪਰਚੀ ਕਟਾਤੀ। ਆਖੋ ਸਤਨਾਮ ਵਾਹਿਗੁਰੂ। ਉਹ ਕਹਿੰਦੇ ਚੱਕੋ ਜੀ 51,000, ਮੇਰਾ ਨਾਂ ਆਉਣਾ ਚਾਹੀਦਾ। ਬੋਰਡ 'ਤੇ ਨਾਂ ਲਿਖਿਆ ਹੋਵੇ ਵੱਡਾ, ਸਾਰੀ ਫੋਟੋ ਲੱਗੇ। ਉਹ ਕਹਿੰਦੇ ਗੱਲ ਹੀ ਕੋਈ ਨਹੀਂ ਸਰਦਾਰ ਜੀ, ਜਦੋਂ ਟੂਰਨਾਮੈਂਟ ਹੋਇਆ ਤੁਹਾਡਾ ਵਾਰ-ਵਾਰ ਨਾਂ ਬੋਲਿਆ ਜਾਊਗਾ ਵੀ ਪਹਿਲਾ ਨਾਮ ਇਹ ਸਰਦਾਰ ਜੀ ਵੱਲੋਂ, ਫਲਾਣੇ ਸਿੰਘ ਵੱਲੋਂ। ਉੱਥੇ 51,000 ਦੇਤਾ। ਹੁਣ ਟੂਰਨਾਮੈਂਟ ਕੋਈ ਕਰਾਉਣੇ ਮਾੜੀ ਗੱਲ ਨਹੀਂ, ਕਰਾਉਣੇ ਚਾਹੀਦੇ, ਅਸੀਂ ਵੀ ਕਰਾਉਣੇ ਆ। ਜਾਂ ਕਿਸੇ ਗਰੀਬਾਂ ਨੂੰ ਦਾਨ ਕਰਨਾ ਮਾੜੀ ਗੱਲ ਨਹੀਂ, ਚੰਗੀ ਗੱਲ ਆ। ਇਉਂ ਨਾ ਕਹਿ ਦਿਓ ਵੀ ਦਾਨ ਨਹੀਂ ਕਰਨਾ ਚਾਹੀਦਾ। ਇਹ ਨਾਲ ਨਾਲ ਮਹਾਰਾਜ ਨੇ ਦੋਨੇ ਪੱਖ ਰੱਖੇ ਆ। ਟੂਰਨਾਮੈਂਟ ਖੇਡਾਂ ਕਰਾਉਣੀਆਂ ਚੰਗੀ ਗੱਲ ਆ, ਦਾਨ ਕਰੋ। ਪਰ ਜੇ ਉਹ ਬੰਦਾ ਘਰ ਮਾਂ ਪਿਓ ਨੂੰ 50 ਰੁਪਈਏ ਨਹੀਂ ਦਿੰਦਾ, ਦੂਸਰੇ ਪਾਸੇ ਆਪ ਦਾ ਨਾਮ ਬਣਾਉਣ ਵਾਸਤੇ 51,000 ਦੀ ਪਰਚੀ ਕਟਾਉਂਦਾ, ਅਤੇ ਉਹਦੀ ਸੇਵਾ ਜਿਹੜੀ ਹੈ ਨਾ ਮਹਾਰਾਜ ਕਹਿੰਦੇ ਪ੍ਰਵਾਨ ਨਹੀਂ ਹੋਣੀ। ਆਖੋ ਸਤਨਾਮ ਵਾਹਿਗੁਰੂ। ਉਹਨੂੰ ਮਹਾਰਾਜ ਨੇ ਕੀ ਲਿਖਿਆ? ਕਹਿੰਦੇ ਬੇਈਮਾਨ ਅਗਿਆਨ ਪ੍ਰਾਣੀ। ਕਹਿੰਦੇ ਉਹ ਬੰਦਾ ਬੇਈਮਾਨ ਆ ਅਤੇ ਉਹਨੂੰ ਗਿਆਨ ਨਹੀਂ ਹੈ ਕਿਸੇ ਗੱਲ ਦਾ। ਮਾਂ ਪਿਓ ਤਾਂ ਆਵਾਜ਼ਾਂ ਮਾਰੀ ਜਾਂਦਾ ਵੀ 50 ਰੁਪਈਏ ਦੇ ਦੇ, ਟੀਕਾ ਲਵਾਉਣਾ ਜਾਂ ਦਵਾਈ ਲੈਣੀ, ਉਹਨੂੰ ਦਿੰਦਾ ਨਹੀਂ। ਉੱਥੇ 51,000 ਦੀ ਪਰਚੀ ਕੱਟਦੀ। ਫਿਰ ਉਹਦੀ ਦੱਸੋ ਕੀ ਸੇਵਾ ਪ੍ਰਵਾਨ ਹੋਊ? ਉਹਨੂੰ ਭਾਈ ਗੁਰਦਾਸ ਜੀ ਨੇ ਬੇਈਮਾਨ ਆਖਿਆ। ਕਹਿੰਦੇ ਇਹੋ ਜਿਹਾ ਬੰਦਾ ਬੇਈਮਾਨ ਆ। ਜੇ ਕਿਸੇ ਨੂੰ ਬੇਈਮਾਨ ਕਹਿ ਦਈਏ ਉਹਨੂੰ ਗੁੱਸਾ ਲੱਗਦਾ। ਕਹਿੰਦੇ ਇਸ ਤਰ੍ਹਾਂ ਦਾ ਬੰਦਾ ਉਹ। ਮਾਂ ਪਿਓ ਦੇ ਜਿਹੜੇ ਪਰਉਪਕਾਰ ਨੇ, ਮਾਂ ਪਿਓ ਦਾ ਜਿਹੜਾ ਦੇਣਾ, ਉਹ ਬੱਚੇ ਦੇ ਨਹੀਂ ਸਕਦੇ। ਜਿਹੜੇ ਸ੍ਰੀ ਰਾਮ ਚੰਦਰ ਜੀ ਦੇ ਪਿਤਾ ਸੀ ਨਾ ਦਸ਼ਰਥ, ਉਹਨਾਂ ਦੀ ਭੈਣ ਮਾਤਾ ਸਵਿਤਰੀ ਦੇਵੀ ਅਤੇ ਉਹਨਾਂ ਦਾ ਭਣੋਈਆ ਰਾਮ ਚੰਦਰ ਜੀ ਦੀ ਭੂਆ ਸੀ ਇਹ, ਅਤੇ ਦਸ਼ਰਥ ਜੀ ਦਾ ਜਿਹੜਾ ਭਣੋਈਆ ਸੀ ਕ੍ਰਿਸ਼ਨ ਦੇਵ। ਤਕੜਾ ਕੰਮ ਸੀ ਇਹਨਾਂ ਦਾ, ਰਾਜੇ ਮਹਾਰਾਜੇ ਸੀ, ਕਿਉਂਕਿ ਉਹਦਾ ਭਰਾ ਵੀ ਰਾਜਾ ਸੀ ਦਸ਼ਰਥ ਅਯੁੱਧਿਆ ਦਾ, ਅਤੇ ਰਾਜਿਆਂ ਦੇ ਗਾਂ ਰਾਜੇ ਵਿਆਹ ਕਰਾਉਂਦੇ ਆ। ਅਤੇ ਇਹਨੇ ਆਪਦੀ ਭੈਣ ਸੀ ਨਾ ਜਿਹੜੀ, ਇਹ ਵੀ ਰਾਜੇ ਦੇ ਨਾਲ, ਕ੍ਰਿਸ਼ਨ ਦੇਵ ਵੀ ਰਾਜੇ ਦਾ ਲੜਕਾ ਸੀ, ਉਹਦੇ ਨਾਲ ਵਿਆਹ ਕਰਤਾ ਉਹਨੇ। ਹੁਣ ਜਦੋਂ ਵਿਆਹ ਹੋਇਆ, 1 ਸਾਲ ਗੁਜ਼ਰਿਆ, 2 ਗੁਜ਼ਰੇ, 3, 4, ਇਹਨਾਂ ਦੇ ਔਲਾਦ ਨਾ ਹੋਈ। ਜਦੋਂ ਔਲਾਦ ਨਾ ਹੋਈ, ਸਮਾਂ ਲੰਘਦਾ ਗਿਆ, ਇਹ ਵੀ ਚਿੰਤਤ ਹੋ ਗਏ, ਫਿਕਰਮੰਦ ਹੋ ਗਏ ਵੀ ਐਡਾ ਰਾਜ ਭਾਗ ਸਭ ਕੁਝ ਮਹਾਰਾਜ ਨੇ ਦਿੱਤਾ ਭਗਵਾਨ ਨੇ, ਅਤੇ ਕੁੱਲ ਵੰਸ਼ ਵਿੱਚ ਵਾਧਾ ਨਹੀਂ ਹੋ ਰਿਹਾ, ਇਹਨੂੰ ਕੋਈ ਸੰਭਾਲਣ ਵਾਲਾ ਹੈ ਨਹੀਂ। ਬੜੇ ਚਿੰਤਾ ਲੱਗੀ ਰਹਿੰਦੀ ਆ। ਜ਼ਮੀਨ ਜਾਇਦਾਦ ਦੇਖ ਕੇ, ਰਾਜ ਭਾਗ ਦੇਖ ਕੇ ਮਨ ਦੁਖਦਾ ਵੀ ਜਿੰਨਾ ਚਿਰ ਅਸੀਂ ਬੈਠੇ ਹਾਂ ਤਾਂ ਠੀਕ ਆ,
ਜਦੋਂ ਅਸੀਂ ਚਲੇ ਗਏ ਤੇ ਇਹ ਤਾਂ ਬਗਾਨਿਆਂ ਦੇ ਹੱਥ ਚਲਾ ਜਾਊ, ਸਾਡੀ ਤਾਂ ਕੋਈ ਕੁੱਲ ਵਿੱਚ ਖਾਨਦਾਨ ਨਹੀਂ ਅੱਗੇ ਵੱਧ ਰਿਹਾ। ਕਿਉਂਕਿ ਜੇ ਪੁੱਤਰ ਹੋਊਗਾ ਤਾਂ ਹੀ ਅੱਗੇ ਕੁੱਲ ਵੰਸ਼ ਚੱਲਦੀ ਆ, ਧੀ ਹੋਵੇਗੀ ਜਾਂ। ਹੁਣ ਜਦੋਂ ਸਮਾਂ ਲੰਘਿਆ ਗਿਆ, ਬੜੇ ਚਿੰਤਤ ਹੋਏ। ਇਹਨਾਂ ਨੇ ਬੜੇ ਇਲਾਜ ਕਰਵਾਏ ਵੈਦਾਂ ਕੋਲੋਂ, ਕਿਤੋਂ ਗੱਲ ਨਾ ਬਣੀ। ਫਿਰ ਇਹਨਾਂ ਨੇ ਹੋਰ ਵੀ ਓੜ ਪੋੜ ਕਰਾਏ, ਕੋਈ ਪੁੰਨ ਦਾਨ ਕਰਾਏ, ਕਿਤੇ ਜਿੱਥੇ ਵੀ ਕੋਈ ਦੱਸਦਾ ਉੱਥੇ ਜਾ ਕੇ ਮੱਥੇ ਟੇਕਦੇ ਆ, ਪੂਜਾ ਕਰਦੇ ਨੇ, ਦਾਨ ਕਰਦੇ ਨੇ, ਭਜਨ ਕਰਦੇ ਆ। ਬੜਾ ਕੁਝ ਕਰਕੇ ਦੇਖ ਲਿਆ। 15 ਸਾਲ ਲੰਘ ਗਏ ਸ਼ਾਦੀ ਹੋਈ ਨੂੰ, ਪਰ ਬੱਚਾ ਨਾ ਹੋਇਆ ਇਹਨਾਂ ਦੇ। ਹੁਣ ਇਹਨਾਂ ਨੇ ਕੋਈ ਰੱਬ ਦਾ ਫਕੀਰ ਸੀ ਚੰਗਾ ਪਹੁੰਚਿਆ ਹੋਇਆ, ਜਿਹੜਾ 4 ਮੰਜ਼ਲਾਂ ਟੱਪਿਆ ਸੀ ਫਕੀਰੀ ਦੀਆਂ, ਉਹਦੇ ਦਰਬਾਰ ਦੇ ਵਿੱਚ ਗਏ। ਉਹਨੂੰ ਜਾ ਕੇ ਫਰਿਆਦ ਕੀਤੀ ਵੀ ਫਕੀਰ ਸਾਈਂ, ਅਸੀਂ ਰਾਜੇ ਮਹਾਰਾਜੇ ਹਾਂ, ਬੜਾ ਕੁਝ ਦਿੱਤਾ ਭਗਵਾਨ ਨੇ, ਪਰ ਇੱਕ ਔਲਾਦ ਦੀ ਭੁੱਖ ਆ, ਸਾਡੇ ਘਰ ਬੱਚਾ ਨਹੀਂ ਹੋ ਰਿਹਾ, ਕੋਈ ਸਾਡੀ ਝੋਲੀ 'ਚ ਖੈਰ ਪਾਓ। ਉਹਨੇ ਆਪ ਦਾ ਕੋਈ ਧਿਆਨ ਲਾ ਕੇ ਦੇਖਿਆ, ਮਹਾਂਪੁਰਖਾਂ ਨੇ, ਫਕੀਰ ਬੰਦੇ ਨੇ। ਉਹ ਕਹਿੰਦਾ ਨਾ ਵੀ ਤੁਹਾਡੇ ਘਰ ਔਲਾਦ ਹੋ ਸਕਦੀ ਆ, ਪਰ ਇਹ ਬਹੁਤ ਔਖਾ ਕੰਮ ਆ। ਕਹਿੰਦੇ ਵੀ ਜੇ ਤੁਸੀਂ ਉਹ ਕਰ ਲਓ ਤੇ ਔਲਾਦ ਹੋ ਜੂ। ਉਹ ਕਹਿੰਦੇ ਅਸੀਂ ਔਖੇ ਤੋਂ ਔਖਾ ਕੰਮ ਕਰਨ ਨੂੰ ਤਿਆਰ ਹਾਂ, ਜੋ ਵੀ ਤੁਸੀਂ ਕਹੋਗੇ ਅਸੀਂ ਕਰਨ ਨੂੰ ਤਿਆਰ ਹਾਂ। ਅਸੀਂ ਆਪਦੇ ਸਰੀਰ ਲਾਉਣ ਵਾਸਤੇ ਵੀ ਤਿਆਰ ਹਾਂ, ਪਰ ਸਾਡੀ ਕੁੱਖ ਹਰੀ ਹੋ ਜਾਵੇ, ਸਾਡੇ ਘਰ ਬੱਚਾ ਹੋ ਜਾਵੇ, ਕੋਈ ਕੁੱਲ ਵੰਸ਼ ਚੱਲ ਪਏ ਸਾਡੀ, ਸਾਨੂੰ ਹੁਣ ਕੁਝ ਨਹੀਂ ਚੰਗਾ ਲੱਗਦਾ। ਕਹਿੰਦੇ ਦੇਖ ਲਓ ਵੀ ਬਹੁਤ ਵੱਡਾ ਵੱਟਾ ਲੱਗੂਗਾ। ਕਹਿੰਦੇ ਅਸੀਂ ਤਿਆਰ ਹਾਂ। ਕਹਿੰਦੇ ਫਿਰ ਇਉਂ ਕਰੋ, ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਹੀ ਕਰਦੇ ਸੀ। ਕਹਿੰਦੇ ਅਮਰਨਾਥ ਦੀ ਗੁਫਾ 'ਤੇ ਚਲੇ ਜਾਓ, ਉੱਥੇ ਜਾ ਕੇ ਤਪੱਸਿਆ ਕਰੋ ਘੋਰ। ਜਦੋਂ ਤੁਸੀਂ ਉੱਥੇ ਤਪੱਸਿਆ ਕੀਤੀ, ਬੰਦਗੀ ਕੀਤੀ, ਤਾਂ ਹਮ ਅਨਕ ਤਪੱਸਿਆ ਸਾਧੀ। ਗੁਰੂ ਮਹਾਰਾਜ ਨੇ ਵੀ ਬਚਨ ਲਿਖਿਆ, ਕਹਿੰਦੇ ਜਦੋਂ ਸਾਡਾ ਜਨਮ ਹੋਇਆ, ਮੁਰਪਤ ਪੂਰਵ ਕੀਆ ਸਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਮਦਰ ਦੇਸ਼ ਹਮਕੋ ਲੈ ਆਏ, ਭਾਂਤ ਭਾਂਤ ਦਈਅਨ ਦੁਲਰਾਏ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਜੀਵਨ ਲਿਖਿਆ, ਕਹਿੰਦੇ ਸਾਡੇ ਮਾਂ ਪਿਓ ਵੀ ਬਹੁਤ ਥਾਂ ਥਾਂ 'ਤੇ ਭਰਮਣ ਕੀਤਾ, ਉਹਨਾਂ ਨੇ ਤਪ ਕੀਤਾ ਹੇਮਕੁੰਡ ਦੀਆਂ ਪਹਾੜੀਆਂ 'ਚ, ਤਾਂ ਸਾਡਾ ਇਹ ਜਨਮ ਹੋਇਆ। ਉਹ ਕਹਿੰਦੇ ਨਾ ਤੁਸੀਂ ਜਾ ਕੇ ਉਸ ਗੁਫਾ ਵਿੱਚ ਤਪ ਕਰੋ, ਫਿਰ ਤੁਹਾਨੂੰ ਕੋਈ ਨਾ ਕੋਈ ਰਸਤਾ ਮਿਲੂਗਾ, ਫਿਰ ਤੁਹਾਡੇ 'ਤੇ ਕਿਰਪਾ ਹੋਊਗੀ। ਹੁਣ ਦੇਖੋ ਦੋਨੇ ਜਾਣੇ ਨਾ ਵਿਚਾਰੇ, ਕ੍ਰਿਸ਼ਨ ਦੇਵ ਅਤੇ ਮਾਤਾ ਸਵਿਤਰੀ ਦੇਵੀ, ਜਿਹੜੀ ਰਾਮਚੰਦਰ ਦੀ ਭੂਆ ਸੀ, ਦਸ਼ਰਥ ਦੀ ਭੈਣ, ਇਹਨਾਂ ਨੇ ਜਾ ਕੇ ਉੱਥੇ ਤਪ ਕੀਤਾ, ਬੜੀ ਬੰਦਗੀ ਕੀਤੀ, ਭੁੱਖੇ ਧਿਆਏ ਰਹਿ ਕੇ ਤਪ ਕਰਦੇ ਰਹੇ, ਅਰਦਾਸਾਂ ਕਰਦੇ ਰਹੇ ਵੀ ਸਾਡੀ ਕੋਈ ਕੁੱਲ ਵੰਸ਼ 'ਚ ਬੱਚਾ ਹੋ ਜੇ, ਕਿਰਪਾ ਹੋ ਜੇ, ਸਾਡੇ ਘਰ ਔਲਾਦ ਹੋ ਜੇ। ਦੇਖੋ ਮਾਂ ਪਿਓ ਕਿੰਨਾ ਕੁਛ ਕਰਦੇ ਨੇ ਆਪਦੇ ਬੱਚਿਆਂ ਵਾਸਤੇ। ਉਹਨਾਂ ਦਾ ਕਈ ਵਾਰੀ ਦਿਲ ਨਹੀਂ ਕਰਦਾ ਹੁੰਦਾ ਕਿਤੇ ਜਾਣ ਨੂੰ, ਪਰ ਜਿਹੜੀ ਬੱਚੇ ਦੀ ਭੁੱਖ ਹੈ, ਆਪਦੇ ਬੱਚੇ ਦੀ ਭੁੱਖ, ਇਹ ਬਹੁਤ ਕੁਛ ਕਰਾ ਦਿੰਦੀ। ਦਿਲ ਨਹੀਂ ਚਾਹੁੰਦਾ ਹੁੰਦਾ ਉਹ ਕਰਨ ਨੂੰ, ਪਰ ਬੱਚੇ ਦੀ ਭੁੱਖ ਕਰਵਾ ਦਿੰਦੀ ਆ, ਨਹੀਂ ਰਿਹਾ ਜਾਂਦਾ। ਕਈ ਵਾਰੀ ਲੋਕ ਮਖੌਲ ਕਰਦੇ ਨੇ, ਰਿਸ਼ਤੇਦਾਰ ਮਖੌਲ ਵੀ ਕਰਦੇ ਵੀ ਕਿੱਧਰ ਭੱਜੇ ਫਿਰਦੇ ਆ, ਪਰ ਉਹਨਾਂ ਦੇ ਅੰਦਰ ਜਿਹੜੀ ਭੁੱਖ ਹੈ, ਉਹਨਾਂ ਨੂੰ ਕੁਛ ਫਿਰ ਦਿਖਾਈ ਨਹੀਂ ਦਿੰਦਾ, ਕੋਈ ਸੁਣਦਾ ਨਹੀਂ। ਉਹ ਉਹਨਾਂ ਦੀ ਭੁੱਖ ਆ ਜਿਹੜੀ ਉਹਨਾਂ ਨੂੰ ਉੱਥੇ ਮਜਬੂਰ ਕਰ ਦਿੰਦੀ ਆ ਜਾਣ ਵਾਸਤੇ। ਇਹਨਾਂ ਦੇ ਵੀ ਅੰਦਰ ਭੁੱਖ ਸੀ ਵਿਚਾਰਿਆਂ ਦੇ, ਅਰਦਾਸਾਂ ਕਰਦੇ ਰਹੇ, ਬੰਦਗੀ ਕਰਦੇ ਰਹੇ, ਭੁੱਖੇ ਧਿਆਏ ਹੋ ਕੇ। ਇੰਨੀ ਬੰਦਗੀ ਕੀਤੀ, ਕਰਦਿਆਂ ਕਰਦਿਆਂ ਫਿਰ ਇਹਨਾਂ ਦੀ ਬੰਦਗੀ ਪ੍ਰਵਾਨ ਹੋਈ।
ਆਕਾਸ਼ ਬਾਣੀ ਹੋਈ, ਇਹਨਾਂ ਨੂੰ ਆਵਾਜ਼ ਆਈ ਬੰਦਗੀ ਕਰਦੇ ਕਰਦਿਆਂ ਨੂੰ। ਕਹਿੰਦੇ ਤਪੱਸਵੀਓ, ਤੁਸੀਂ ਕਿਸ ਵਾਸਤੇ ਤਪ ਕਰ ਰਹੇ ਹੋ? ਇੰਨਾ ਘੋਰ ਤਪ ਦੱਸੋ, ਤੁਹਾਡੀ ਤਪੱਸਿਆ ਪੂਰੀ ਹੋ ਗਈ। ਉਹ ਕਹਿੰਦੇ ਨਾ ਵੀ ਸਾਨੂੰ ਜੀ ਹੋਰ ਕਿਸੇ ਚੀਜ਼ ਦੀ ਲੋੜ ਨਹੀਂ, ਸਾਡੇ ਘਰ ਔਲਾਦ ਹੋ ਜਾਵੇ, ਪੁੱਤਰ ਹੋ ਜਾਵੇ, ਸਾਡੀ ਇਹੀ ਭੁੱਖ ਆ, ਬਸ ਇਹੀ ਤਮੰਨਾ, ਇਹੀ ਆਸਾ। ਫਿਰ ਥੋੜ੍ਹੇ ਚਿਰ ਬਾਅਦ ਆਵਾਜ਼ ਆਈ, ਕਹਿੰਦੇ ਤੁਹਾਡੇ ਪੁੱਤਰ ਤਾਂ ਹੋ ਜਾਵੇਗਾ, ਪਰ ਤੁਹਾਨੂੰ ਇਹਦਾ ਵੱਟਾ ਦੇਣਾ ਪੈਣਾ ਇਹਦੇ ਬਰਾਬਰ। ਉਹ ਕਹਿੰਦੇ ਦੱਸੋ ਕੀ? ਕਹਿੰਦੇ ਜੋਤ ਵੱਟੇ ਜੋਤ ਦੇਣੀ ਪੈਣੀ ਆ ਤੁਹਾਨੂੰ। ਤੁਸੀਂ ਅੱਖਾਂ ਤੋਂ ਅੰਨੇ ਹੋ ਜਾਓਗੇ ਅਤੇ ਤੁਹਾਡੇ ਫੇਰ ਔਲਾਦ ਹੋਵੇਗੀ, ਤੁਹਾਨੂੰ ਅੱਖਾਂ ਦੀ ਜੋਤ ਦੇਣੀ ਪਊ। ਦੇਖੋ, ਉਹ ਕਹਿੰਦੇ ਜੀ ਸਾਨੂੰ ਮਨਜ਼ੂਰ ਆ। ਆਖੋ ਸਤਨਾਮ। ਕਹਿੰਦੇ ਸਾਨੂੰ ਮਨਜ਼ੂਰ ਆ। ਕਹਿੰਦੇ ਚੰਗਾ, ਇਸ ਤਰ੍ਹਾਂ ਹੀ ਹੋ ਜਾਊਗਾ, ਤੁਸੀਂ ਚਲੇ ਜਾਓ। ਉਹਨਾਂ ਨੇ ਮੱਥਾ ਟੇਕਿਆ ਅਤੇ ਘਰ ਵਾਪਸ ਆ ਗਏ। ਹੁਣ ਬੱਚੇ ਨੇ ਜਦੋਂ ਪ੍ਰਵੇਸ਼ ਕੀਤਾ ਮਾਤਾ ਦੇ ਗਰਭ ਵਿੱਚ, ਮਾਂ ਦੀ ਨਿਗਾਹ ਵੀ ਘਟਣੀ ਸ਼ੁਰੂ ਹੋ ਗਈ, ਉੱਧਰੋਂ ਪਿਓ ਦੀ ਵੀ ਨਿਗਾਹ ਜਿਹੜੀ ਉਹ ਘਟਣੀ ਸ਼ੁਰੂ ਹੋ ਗਈ। ਗੁਰਮੁਖ ਪਿਆਰਿਓ, ਜਿਵੇਂ ਜਿਵੇਂ ਅੰਦਰ ਬੱਚਾ ਵੱਡਾ ਹੁੰਦਾ, 1 ਮਹੀਨੇ ਦਾ, 2 ਮਹੀਨਿਆਂ ਦਾ, ਇਹਨਾਂ ਦੀ ਨਿਗਾਹ ਘਟ ਰਹੀ ਆ ਦੋਨਾਂ ਦੀ। ਅੰਦਰ 5 ਮਹੀਨੇ ਹੋ ਗਏ, ਹੋਰ ਨਿਗਾਹ ਅੱਧੀ ਤੋਂ ਜ਼ਿਆਦਾ ਚਲੀ ਗਈ। ਹੁਣ ਜਦੋਂ ਘਟਦਿਆਂ ਘਟਦਿਆਂ ਇੱਧਰ ਬੱਚਾ ਅੰਦਰ ਵੱਡਾ ਹੋਈ ਜਾਂਦਾ, ਇਹਨਾਂ ਦੀ ਨਿਗਾਹ ਘਟੀ ਜਾਂਦੀ ਆ। ਸਮਾਂ ਨੇੜੇ ਆਉਂਦਾ ਜਾਂਦਾ, ਨਿਗਾਹ ਹੋਰ ਘਟ ਗਈ। ਇੱਕ ਦਿਨ ਐਸਾ ਆਇਆ, ਉੱਧਰੋਂ ਬੱਚੇ ਨੇ ਜਨਮ ਲੈ ਲਿਆ ਅਤੇ ਇਹਨਾਂ ਦੋਨਾਂ ਦੀ, ਮਾਂ ਅਤੇ ਪਿਓ ਦੀ, ਦੋਨਾਂ ਦੀ ਨਿਗਾਹ ਖਤਮ ਹੋ ਗਈ। ਇਹ ਦੋਨੇ ਜਾਣੇ ਅੰਨੇ ਹੋ ਗਏ। ਆਖੋ ਸਤਨਾਮ ਵਾਹਿਗੁਰੂ। ਇੱਕ ਪਾਸੇ ਤਾਂ ਖੁਸ਼ੀ ਹੈ ਇਹਨਾਂ ਨੂੰ ਵੀ ਸਾਡੇ ਘਰ ਔਲਾਦ ਹੋ ਗਈ, ਅਤੇ ਨਾਲੇ ਅੰਦਰੋਂ ਵਿਰਾਗ 'ਚ ਰੋਂਦੇ ਨੇ ਵੀ ਬੱਚਾ ਤਾਂ ਹੋ ਗਿਆ, ਪਰ ਇਹਨਾਂ ਨੂੰ ਮੈਂ ਦੇਖ ਨਹੀਂ ਸਕਦੇ, ਅਸੀਂ ਦੇਖਣਾ ਸਾਨੂੰ ਨਸੀਬ ਨਹੀਂ, ਮਹਿਸੂਸ ਕਰ ਰਹੇ ਉਹਦਾ ਪਿਆਰ, ਉਹਦੇ ਪਿਆਰ ਵਿੱਚ ਉਹਦਾ ਚਿਹਰਾ ਦੇਖ ਰਹੇ ਆ ਅੰਦਰੋਂ। ਦੇਖ ਲਓ, ਫਿਰ ਇਹ ਦੋਨੇ ਜਾਣੇ ਵਿਚਾਰੇ ਤਪੱਸਵੀ ਅੰਨੇ ਹੋਏ, ਅਤੇ ਇਹਨਾਂ ਦਾ ਜਿਹੜਾ ਬੱਚਾ ਸੀ ਉਹਦਾ ਨਾਮ ਰੱਖਿਆ ਸਰਵਣ। ਉਦੋਂ ਬਾਅਦ ਆਪਾਂ ਉਹਨਾਂ ਨੂੰ ਸਰਵਣ ਭਗਤ ਕਹਿੰਦੇ ਹਾਂ। ਜਦੋਂ ਸਰਵਣ ਭਗਤ ਵੱਡਾ ਹੋਇਆ, ਜਵਾਨ ਹੋਇਆ, ਇਹਨਾਂ ਨੇ ਬੜੇ ਚਾਅ ਨਾਲ, ਲਾਡਾਂ ਨਾਲ ਪਾਲਿਆ। ਇੱਕ ਦਿਨ ਸਰਵਣ ਭਗਤ ਆਪਦੇ ਮਾਂ ਪਿਓ ਨੂੰ ਕਹਿਣ ਲੱਗਾ ਵੀ ਲੋਕ ਦੱਸਦੇ ਨੇ, ਕਹਿੰਦੇ ਮੇਰਾ ਜਨਮ ਕਿਵੇਂ ਹੋਇਆ? ਉਹਨਾਂ ਨੇ ਸਾਰੀ ਕਹਾਣੀ ਦੱਸੀ ਵੀ ਪੁੱਤ, ਤੈਨੂੰ ਲੈਣ ਵਾਸਤੇ ਅਸੀਂ ਆਪਦੀਆਂ ਅੱਖਾਂ ਦੀ ਜੋਤ ਦੇ ਦਿੱਤੀ, ਅਸੀਂ ਅੰਨੇ ਹੋ ਗਏ ਤਾਂ ਤੇਰਾ ਜਨਮ ਹੋਇਆ, ਬਹੁਤ ਤਪ ਕੀਤਾ। ਅਤੇ ਨਾਲੇ ਸਰਵਣ ਵੀ ਰੋਂਦਾ ਫਿਰ ਚਰਨ ਫੜ ਕੇ, ਕਹਿੰਦੇ ਮੈਂ ਤੁਹਾਡੀ ਸੇਵਾ ਕੀ ਕਰਾਂ, ਤੁਹਾਡੀ ਇੱਛਾ ਕੀ ਆ ਦੱਸੋ, ਤੁਸੀਂ ਮੇਰੇ ਵਾਸਤੇ ਇੰਨਾ ਕੁਛ ਕੀਤਾ। ਉਹ ਕਹਿੰਦੇ ਸਾਡੀ ਤਾਂ ਹੁਣ ਕੋਈ ਇੱਛਾ ਨਹੀਂ, ਬਸ ਇੱਕ ਹੀ ਇੱਛਾ ਵੀ ਅਸੀਂ ਸਾਰੇ ਤੀਰਥਾਂ ਦਾ ਜਾ ਕੇ ਇਸ਼ਨਾਨ ਕਰੀਏ, ਦਰਸ਼ਨ ਕਰੀਏ, ਉੱਥੇ ਪਰਸੀਏ ਤੀਰਥਾਂ 'ਤੇ ਜਾ ਕੇ। ਫਿਰ ਸਰਵਣ ਭਗਤ ਨੇ ਗੁਰਮੁਖੋ ਵਹਿੰਗੀ ਬਣਾਈ, ਵਹਿੰਗੀ ਦੇ ਵਿੱਚ ਪਾ ਕੇ ਦੋਨੇ ਮਾਂ ਪਿਓ ਨੂੰ, ਅੰਨਿਆਂ ਨੂੰ ਫਿਰ ਤੀਰਥਾਂ 'ਤੇ ਜਾ ਕੇ ਯਾਤਰਾ ਕਰਾਉਂਦਾ। ਉਦੋਂ ਬਾਅਦ ਫਿਰ ਉਹਨੂੰ ਕਹਿਣ ਲੱਗੇ ਵੀ ਇਹ ਸਰਵਣ ਜਿਹੜਾ ਵੀ ਭਗਤ ਰੱਬ ਦਾ ਪਿਆਰਾ, ਵੀ ਜਿਹਨੇ ਆਪਦੇ ਮਾਂ ਪਿਓ ਦੀ ਇੰਨੀ ਸੇਵਾ ਕੀਤੀ, ਵਹਿੰਗੀ ਦੇ ਵਿੱਚ ਪਾ ਕੇ ਮੋਢਿਆਂ 'ਤੇ ਚੁੱਕ ਕੇ ਨੰਗੇ ਪੈਰੀਂ ਲੈ ਕੇ ਜਾ ਰਿਹਾ। ਫਿਰ ਰਸਤੇ 'ਚ ਉਹਦੀ ਮੌਤ ਵੀ ਹੋ ਗਈ। ਉਹਦੇ ਮਾਮੇ ਤੋਂ ਇਤਿਹਾਸ ਵੱਡਾ ਹੈ ਇਹ। ਦਸ਼ਰਥ ਨੇ ਭੁਲੇਖੇ ਦੇ ਨਾਲ ਇਹਦੇ ਤੀਰ ਮਾਰਤਾ ਸੀ ਹਰਨ ਸਮਝ ਕੇ। ਸੋ ਐਸੇ ਮਾਂ ਪਿਓ ਜਿਹੜੇ ਹੁੰਦੇ ਨੇ, ਦੇਖੋ ਕਿੱਥੋਂ ਤੱਕ ਉਹ ਚਲੇ ਜਾਂਦੇ ਨੇ। ਆਪਦੀਆਂ ਅੱਖਾਂ ਦੀ ਉਹਨਾਂ ਨੇ ਜੋਤ ਤੱਕ ਆਪਦੇ ਬੱਚਿਆਂ ਵਾਸਤੇ ਦੇ ਦਿੱਤੀ। ਅਤੇ ਜਿਹੜੇ ਬੱਚੇ ਆ ਉਹ ਆਪਦੇ ਮਾਂ ਪਿਓ ਦੀ ਸੇਵਾ ਨਾ ਕਰਨ, ਮਾਂ ਪਿਓ ਦੀ ਦੇਖ ਰੇਖ ਨਾ ਕਰਨ, ਉਹਨਾਂ ਨੂੰ ਸੰਭਾਲਣ ਨਾ, ਵੱਡੇ ਹੋਏ ਤੋਂ ਧੱਕੇ ਮਾਰ ਕੇ ਬਾਹਰ ਕੱਢਣ,
ਫਿਰ ਉਹ ਮਹਾਰਾਜ ਦੇ ਦਰ 'ਤੇ ਪ੍ਰਵਾਨ ਨਹੀਂ ਹੋ ਸਕਦੇ। ਕਿਸੇ ਨੇ ਨਾ ਬੱਚੇ ਨੇ ਕੀ ਕੀਤਾ, ਮੁੰਡੇ ਤੇ ਉਹਦੀ ਨੂੰਹ ਨੇ ਬਜ਼ੁਰਗ ਨੂੰ ਕਹਿੰਦੇ ਧੱਕੇ ਮਾਰ ਕੇ ਬਾਹਰ ਕੱਢਤਾ ਘਰੋਂ, ਅਤੇ ਉਹ ਵਿਚਾਰਾ ਰੋਵੇ, ਕਹਿੰਦਾ ਵੀ ਕਿਉਂ ਨਾ ਕਰੋ ਤੁਸੀਂ ਮੇਰੇ ਨਾਲ, ਮੈਂ ਘਰ ਬਣਾਇਆ, ਤੁਹਾਨੂੰ ਪਾਲਿਆ ਪੋਸਿਆ, ਕਿੱਡਾ ਵੱਡਾ ਕੀਤਾ। ਉਹ ਕਹਿੰਦੇ ਬਾਹਰ ਹੋ ਘਰੋਂ, ਕਹਿੰਦੇ ਐਵੇਂ ਬਕਵਾਸ ਕਰਦਾ ਰਹਿਣਾ, ਖੰਘੀ ਜਾਂਦਾ ਘਰੋਂ ਕੱਢਤਾ। ਜਦੋਂ ਸਿਆਲ ਦੀ ਰੁੱਤ ਸੀ, ਧੱਕੇ ਮਾਰ ਕੇ ਜਦੋਂ ਬਾਹਰ 'ਚ ਕੱਢਣ ਲੱਗੇ ਨਾ, ਫਿਰ ਵੀ ਪਿਓ ਸੀ, ਅਤੇ ਮੁੰਡਾ ਕਹਿੰਦਾ ਚੱਲ ਇਹਨੂੰ ਕੱਢਿਆ ਤਾਂ ਹੈਗਾ ਵੀ ਇਹਨੂੰ ਨੰਗਾ ਕਾਹਨੂੰ ਤੋਰਨਾ, ਇਹਨੂੰ ਕੰਬਲ ਲਿਆ ਦਿਓ। ਉਹਦਾ ਛੋਟਾ ਜਿਹਾ ਪੋਤਰਾ ਸੀ 10 ਕੁ ਸਾਲਾਂ ਦਾ, ਉਹਨੂੰ ਕਹਿੰਦਾ ਜਾ ਪੁੱਤ ਅੰਦਰੋਂ ਕੰਬਲ ਲਿਆ, ਇਹਨੂੰ ਦੇ ਕੇ ਦਫਾ ਕਰੀਏ ਪਰੇ। ਉਹ ਅੰਦਰ ਕੰਬਲ ਲੈਣ ਚਲਿਆ ਗਿਆ। ਉਹਨੇ ਕੀ, ਉਹ ਦੇਖ ਰਿਹਾ ਸੀ ਸਾਰਾ ਕੁਛ ਵੀ ਮੇਰੇ ਦਾਦੇ ਦੇ ਨਾਲ ਮੇਰਾ ਪਿਓ ਕਿੰਨਾ ਬਿਹੇਵ ਗਲਤ ਕਰ ਰਿਹਾ, ਧੱਕੇ ਮਾਰ ਕੇ ਨਾਲੇ ਗਾਲਾਂ ਕੱਢ ਰਿਹਾ, ਨਾਲੇ ਮੇਰੀ ਮਾਂ ਕੱਢ ਰਹੀ ਆ। ਉਹ ਆਪਦੇ ਦਾਦੇ ਨਾਲ ਪਿਆਰ ਕਰਦਾ ਸੀ, ਦਾਦੇ ਦੀ ਗੋਦੀ 'ਚ ਖੇਡਦਾ ਸੀ। ਉਹਨੂੰ ਕਹਿੰਦਾ ਜਾ ਲਿਆ ਅੰਦਰੋਂ ਕੰਬਲ, ਇਹਨੂੰ ਦਫਾ ਕਰੀਏ ਬਾਹਰ, ਐਵੇਂ ਇੱਥੇ ਖੰਘਦਾ ਰਹਿੰਦਾ, ਬਕਵਾਸ ਕਰਦਾ ਰਹਿੰਦਾ, ਬਥੇਰਾ ਇਹਨੂੰ ਸਮਝਾਉਣੇ ਆ, ਸਮਝਦਾ ਨਹੀਂ। ਉਹ ਜਦੋਂ ਅੰਦਰ ਕੰਬਲ ਲੈਣ ਗਿਆ ਨਾ, ਉਹਨੇ ਕੀ ਕੀਤਾ ਵੀ ਕੰਬਲ ਦੇ ਨਾ 2 ਟੋਟੇ ਕਰ ਲਏ, ਵਿਚਾਰਿਓਂ ਕੱਟ ਲਿਆ, ਆਪਦੇ ਪਿਓ ਨੂੰ ਫੜਾਤਾ, ਕਹਿੰਦਾ ਲਓ ਜੀ ਦੇ ਦਿਓ। ਉਹ ਜਦੋਂ ਦੇਣ ਲੱਗਾ, ਉਹਨੇ ਦੇਖਿਆ ਵੀ ਕੰਬਲ ਦੇ 2 ਟੋਟੇ ਆ, ਕੈਂਚੀ ਨਾਲ ਪਾੜਿਆ। ਉਹ ਕਹਿੰਦਾ ਆਹ ਕੀ ਕੀਤਾ, ਕੰਬਲ ਕਿਉਂ ਪਾੜਿਆ, ਅੱਧਾ ਕਿੱਥੇ ਆ? ਉਹ ਛੋਟਾ ਜਿਹਾ ਜਵਾਕ ਪਤਾ ਕੀ ਬੋਲਿਆ, ਕਹਿੰਦਾ ਪਿਤਾ ਜੀ ਉਹ ਕੰਬਲ ਮੈਂ ਸੰਭਾਲ ਕੇ ਰੱਖਿਆ, ਜਦੋਂ ਤੁਸੀਂ ਮੇਰੇ ਦਾਦੇ ਜਿੰਨੀ ਉਮਰ ਦੇ ਹੋ ਗਏ, ਉਦੋਂ ਮੈਂ ਤੁਹਾਨੂੰ ਧੱਕੇ ਮਾਰ ਕੇ ਕੱਢੂੰਗਾ ਅਤੇ ਆਹ ਕੰਬਲ ਦਾ ਟੋਟਾ ਤੁਹਾਨੂੰ ਦੇਊਂਗਾ। ਆਖੋ ਸਤਿਨਾਮ ਵਾਹਿਗੁਰੂ। ਕਹਿੰਦਾ ਉਦੋਂ ਮੈਂ ਤੁਹਾਨੂੰ ਦੇਊਂਗਾ। ਨਾਲ ਦੀ ਨਾਲ ਹੀ ਪਿਓ ਦੇ ਚਰਨ ਫੜ ਲਏ ਉਹਨੇ। ਉਹ ਕਹਿੰਦਾ ਓਹੋ, ਕਹਿੰਦਾ ਇਹੀ ਸਮਾਂ ਤੇਰੇ 'ਤੇ ਵੀ ਆਊਗਾ। ਉਹ ਕਹਿੰਦਾ ਵੀ ਜੇ ਅੱਜ ਮੈਂ ਇਹਦੇ ਨਾਲ ਕਰ ਰਿਹਾ ਅਤੇ ਇਹ ਮੇਰੇ ਨਾਲ ਵੀ ਹੋਊਗਾ। ਸੋ ਸਤਿਗੁਰਾਂ ਨੇ ਸਾਨੂੰ ਜਿੱਥੇ ਗੁਰਬਾਣੀ ਪੜ੍ਹਨ ਦਾ ਉਪਦੇਸ਼ ਦਿੱਤਾ, ਗੁਰੂ ਦੀ ਸਿੱਖੀ ਨਿਭਾਉਣ ਦਾ ਉਪਦੇਸ਼ ਦਿੱਤਾ, ਉੱਥੇ ਨਾਲ ਨਾਲ ਮਹਾਰਾਜ ਨੇ ਸਾਨੂੰ ਵੇਖੋ ਵੀ ਕਿੰਨੇ ਸੋਹਣੇ ਉਪਦੇਸ਼ ਦਿੱਤੇ ਆ ਵੀ ਤੁਸੀਂ ਭਾਈ ਆਪਦੇ ਮਾਂ ਪਿਓ ਦੀ ਸੇਵਾ ਕਰੋ, ਮਾਂ ਪਿਓ ਦੀ ਸੰਭਾਲ ਕਰੋ। ਜਿਹੜੀਆਂ ਆਸਾਂ ਉਮੀਦਾਂ ਰੱਖ ਕੇ ਤੁਹਾਡੇ ਤੋਂ ਮਾਂ ਪਿਓ ਨੇ ਤੁਹਾਨੂੰ ਵੱਡਾ ਕੀਤਾ, ਪਾਲਿਆ ਪਰੋਸਿਆ, ਤੁਹਾਨੂੰ ਪੜ੍ਹਾਇਆ ਲਿਖਾਇਆ, ਨੌਕਰੀਆਂ 'ਤੇ ਵੀ ਲਵਾਇਆ, ਉਹਨਾਂ ਦੀਆਂ ਜਿਹੜੀਆਂ ਆਸਾਂ ਸੀ, ਉਹਨਾਂ ਦੀਆਂ ਜਿਹੜੀਆਂ ਉਮੀਦਾਂ ਸੀ, ਉਹਨਾਂ 'ਤੇ ਤੁਸੀਂ ਖਰੇ ਉਤਰਨ ਦੀ ਕੋਸ਼ਿਸ਼ ਕਰੋ, ਤਾਂ ਹੀ ਆਪਾਂ ਗੁਰੂ ਮਹਾਰਾਜ ਦੀ ਖੁਸ਼ੀ ਲੈ ਸਕਦੇ ਹਾਂ। ਸੋ ਅੱਜ ਆਪਾਂ ਸਰਦਾਰ ਫੌਜਾ ਸਿੰਘ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਲ